तुद आगे अरदास हमारी, जियो पिंड सब तेरा। कहो नानक सब तेरी वडियाई, कोई नाम न जाने मेर। कहो नानक सब तेरी वडियाई, कोई नाम न जाने मेरा। वाहिगुरु जी का खालसा, वाहिगुरु जी की फतेह। परम सत्कारयोग गुरु रूप साध संगत, सतगुरां दी अपार मेहर दा सदका आप सर्वत माई भाई दूरों नेड़ों चल के नित नेम अनुसार सतगुरु गुरु ग्रंथ साहब महाराज जी के चरणों विच पुजे हो, धनता दे जोग हो। सतगुरां दी बाणी सरवण करके सवासा नू समय नू सफला कीता है। मेहर करके सतगुरां ने नित नेम जी की बख्शिश कीती है। शामां दे दीवान कथा कीर्तन दी दात, सतगुर दी मेहर दा सदका जो पिछले समय तो सतगुरां दी बाणी भट्टां दे सवैयां दी कथा विचार आरंभ है। बड़भागी माई पाई नित नेम अनुसार आके लड़ीवार गुरु के वचन गुरु का उपदेश श्रवण कर रहे हो। कल आप जी ने श्रवण कीता सी, कल सहार जी दे चार सवैये जो श्री गुरु अंगद देव महाराज जी की उपमा वडियाई शोभा करते हुए संपूर्ण होए। पंजवा सवैया भट्ट कल जी का आरंभ होया है। श्री गुरु अंगद देव महाराज महले दूजे के सवैये चल रहे हैं। वेदां दे अवतार महान द्विज पंडित विद्वान श्री गुरु अर्जन देव महाराज जी के दरबार विच श्री अमृतसर साहब ये सतगुरां दी महिमा दे बचन बाणी उचार रहे हैं, जो श्री गुरु अर्जन देव महाराज जी ने साडे कल्याण वास्ते श्री गुरु ग्रंथ साहब दे विच दर्ज करवाई है। आओ जो अगली कथा है। कल भट्ट जी जिमें श्री गुरु अंगद देव महाराज जी की महिमा ज्ञान स्वरूप बचन सानू बख्शदे हन। सरदा भावना नाल सरवण करिए। आखो सतनाम श्री वाहिगुरु। सतनाम श्री वाहिगुरु साहिब जी। दृष्ट धरत तम हरन, दहन अग पाप परनासन। धन धन श्री गुरु अंगद देव महाराज आप जी की दृष्टि जिन्हां गुरसिखा उत्ते कृपा कटाखे अवलोकन कीनो दास का दुख विदारे। आप जी की दृष्टि विच ये शक्ति है। दृष्ट धारत जिहदे उत्ते अपनी कृपा दृष्टि धार दिंदे हो, तम हरण ਉਹਦੇ ਜਨਮਾਂ ਜਨਮਾਂ ਦੇ ਅਗਿਆਨਤਾ ਦਾ ਅੰਧੇਰਾ, ਅਗਿਆਨਤਾ ਦੀ ਮੈਲ ਹਰਨ ਕਈਏ ਨਾਸ ਕਰ ਦਿੰਦੇ ਹੋ। ਦ੍ਰਿਸ਼ਟ ਧਾਰਤ ਤਮ ਹਰਨ, ਜਿਨ੍ਹਾਂ ਉੱਤੇ ਸਤਿਗੁਰ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਉਹਨਾਂ ਦਾ ਤਮੋ ਗੁਣ। ਤਮੋ ਗੁਣ ਹੈ ਕ੍ਰੋਧ, ਅਸ਼ਾਂਤੀ ਦਾ ਗੁਣ शिव जी ਦਾ। ਦ੍ਰਿਸ਼ਟ ਧਾਰਤ ਤਮ ਹਰਨ, ਤਿੰਨ ਗੁਣਾਂ ਵਿੱਚ ਵਿਆਪ ਰਹੇ ਹਾਂ ਆਪਾਂ, ਰਜੋ ਤਮੋ ਸਤੋ। ਜਿਹਦੇ ਵਿੱਚ ਤਮੋ ਗੁਣ ਐਸਾ ਹੈ ਜੋ ਨਾਸ ਕਰਨ ਦੀ ਬਿਰਤੀ ਹੈ, ਲੈ ਕਰਨ ਦੀ ਬਿਰਤੀ ਹੈ। ਇਹ ਤੋਂ ਭਾਵ ਲੈਣਾ ਹੈ ਕਿ ਜਿਨ੍ਹਾਂ ਉੱਤੇ ਦ੍ਰਿਸ਼ਟੀ ਕਰ ਦਿੰਦੇ ਹੋ, ਉਹਨਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਿਆਂ ਦਾ ਹੀ ਨਾਸ ਹੋ ਜਾਂਦਾ ਹੈ। ਦ੍ਰਿਸ਼ਟ ਧਾਰਤ ਤਮ ਹਰਨ, ਦਹਨ ਅਗ ਪਾਪ ਪ੍ਰਨਾਸ਼ਨ।
ਦਹਨ ਕਰ ਦੇਣਾ ਹੁੰਦਾ, ਨਾਸ ਕਰ ਦੇਣਾ, ਜਲਾ ਦੇਣਾ, ਖਾਕ ਕਰ ਦੇਣਾ। हे ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਆਪ ਜੀ ਦੀ ਬਖਸ਼ਿਸ਼ ਜਿਨ੍ਹਾਂ ਉੱਤੇ ਹੋ ਜਾਵੇ, ਆਪ ਜੀ ਦੀ ਦ੍ਰਿਸ਼ਟੀ ਜਿਨ੍ਹਾਂ ਉੱਤੇ ਹੋ ਜਾਵੇ, ਉਹਨਾਂ ਦੇ ਜਨਮਾਂ ਜਨਮਾਂ ਦੇ ਕੀਤੇ ਅਗ ਕਹੀਏ ਪਾਪ, ਅਜਗਰ ਪਾਪ, ਬੜੇ ਬੜੇ ਵਿਘਨ, ਅਗ ਪਾਪ ਪਰਨਾਸ਼ਨ, ਪਰਨਾਸ਼ਨ ਕਹੀਏ ਵਿਸ਼ੇਸ਼ ਤੌਰ ਤੇ ਸਦਾ ਵਾਸਤੇ ਹੀ ਨਾਸ਼ ਕਰ ਦਿੰਦੇ ਹੋ। ਸ਼ਬਦ ਸੂਰ ਬਲਵੰਤ ਕਾਮ ਹਰ ਕ੍ਰੋਧ ਵਿਨਾਸ਼ਨ। हे ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਸ਼ਬਦ ਕਹੀਏ ਬਾਣੀ, ਬੋਲ, ਬਚਨ ਜੋ ਆਪਣੀ ਰਸਨਾ ਤੋਂ ਤੁਸੀਂ ਬਚਨ ਉਚਾਰਦੇ ਹੋ, ਉਹਨਾਂ ਬਚਨਾਂ ਦੇ ਤੁਸੀਂ ਸੂਰ ਸੂਰਮੇ ਹੋ, ਬਲੀ ਹੋ। ਬਚਨਾਂ ਦਾ ਸੂਰਮਾ ਕੱਲ ਤੁਹਾਨੂੰ ਬਚਨ ਕੀਤਾ ਸੀ, ਜੋ ਬਚਨ ਕਰਕੇ ਪੁਗਾ ਦਵੇ ਉਹ ਬਚਨਾਂ ਦਾ ਬਲੀ ਹੁੰਦਾ, ਬਚਨਾਂ ਦਾ ਸੂਰ ਹੁੰਦਾ। ਜੋ ਬਚਨ ਕਰ ਲਿਆ ਉਹਨੂੰ ਪੂਰਾ ਕਰ ਦੇਣਾ। ਸਤਿਗੁਰ ਪਾਤਸ਼ਾਹ ਦੀ ਵਡਿਆਈ ਹੈ, ਸੂਰ ਬੀਰ ਬਚਨ ਕੇ ਬਲੀ। ਸਤਿਗੁਰ ਸਾਡੇ ਸੂਰਮੇ ਹਨ, ਸੂਰਬੀਰ ਹਨ, ਜੋ ਵੀ ਉਹਨਾਂ ਨੇ ਬਚਨ ਕੀਤਾ ਉਹ ਪੂਰਾ ਕੀਤਾ। ਦੂਜਾ ਅਰਥ ਬਚਨ ਜੋ ਆਪ ਜੀ ਦੇ ਸ਼ਬਦ ਸੂਰ ਬਲਵੰਤ, ਆਪ ਜੀ ਦੇ ਬਚਨਾਂ ਵਿੱਚ ਸੂਰਜ ਵਤ ਸ਼ਕਤੀ ਹੈ, ਸੂਰਜ ਦੀ ਰੋਸ਼ਨੀ ਵਿੱਚ ਸ਼ਕਤੀ ਹੈ। ਜਦੋਂ ਰੋਸ਼ਨੀ ਆ ਜਾਵੇ ਹਨੇਰਾ ਨੱਠ ਜਾਂਦਾ, ਕਹਿਣ ਦੀ ਲੋੜ ਨਹੀਂ ਪੈਂਦੀ, ਹਨੇਰੇ ਨੂੰ ਸਮਾਪਤ ਕਰ ਦਿੰਦੀ ਹੈ ਸੂਰਜ ਦੀ ਰੋਸ਼ਨੀ। हे ਸਤਿਗੁਰ ਅੰਗਦ ਦੇਵ ਮਹਾਰਾਜ, ਆਪ ਵੀ ਆਪਣੇ ਜਗਿਆਸੂਆਂ ਦੇ, ਆਪਣੇ ਸੇਵਕਾਂ ਦੇ ਜੋ ਜੋ ਤੁਹਾਡੇ ਬਚਨ ਸੁਣਦੇ ਹਨ, ਸ਼ਬਦ ਸੁਣਦੇ ਹਨ, ਉਹਨਾਂ ਦਾ ਅਗਿਆਨਤਾ ਦਾ ਹਨੇਰਾ ਤੁਹਾਡੇ ਬਚਨਾਂ ਦੁਆਰਾ ਦੂਰ ਹੋ ਜਾਂਦਾ ਹੈ। ਕਾਮ ਅਰ ਕ੍ਰੋਧ ਵਿਨਾਸ਼ਨ। ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ, ਕਾਮ ਅਰ ਕ੍ਰੋਧ ਵਿਨਾਸ਼ਨ। ਸਤਿਗੁਰ ਦੇ ਬਚਨਾਂ ਵਿੱਚ ਹੋਰ ਕੀ ਸ਼ਕਤੀ ਹੈ? ਇਹ ਜਿਹੜੇ ਪੰਜ ਵਿਕਾਰ ਆਪਾਂ ਨੂੰ ਮਹਾਬਲੀ ਲੱਗੇ ਹੋਏ ਹਨ, ਜਿਨ੍ਹਾਂ ਦੀ ਕੋਈ ਦਵਾਈ ਨਹੀਂ, ਜਿਨ੍ਹਾਂ ਨੂੰ ਕੱਟਣ ਵਾਸਤੇ ਕੋਈ ਸ਼ਸਤਰ ਨਹੀਂ ਬਣਿਆ। ਗੁਰਸਿੱਖ ਪਿਆਰਿਓ, ਇਹਨਾਂ ਨੂੰ ਜੇ ਕੱਟਣਾ ਤਾਂ ਗੁਰੂ ਦੇ ਸ਼ਬਦਾਂ ਦੁਆਰਾ ਹੀ ਕੱਟਿਆ ਜਾ ਸਕਦਾ। ਕਾਮ ਕ੍ਰੋਧ, ਗੁਰੂ ਗੋਬਿੰਦ ਸਿੰਘ ਦਾ ਪ੍ਰਮਾਣ ਵੀ ਅਸੀਂ ਆਮ ਪੜ੍ਹਦੇ ਹਾਂ, ਭਾਵ ਵੱਲ ਨਹੀਂ ਜਾਂਦੇ ਕਿ ਖਾਲਸਾ ਸੋਜੋ ਚੜ੍ਹੈ ਤੁਰੰਗ, ਖਾਲਸਾ ਸੋਜੋ ਕਰੇ ਨਿਤ ਜੰਗ। ਹੁਣ ਇਹਦਾ ਭਾਵ ਹੈ, ਜਿਹੜਾ ਆਮ ਅਖਰੀ ਅਰਥ ਲੈਂਦੇ ਕਿ ਖਾਲਸਾ ਉਹ ਹੈ ਜਿਹੜਾ ਘੋੜੇ ਤੇ ਚੜੇ। ਹੁਣ ਤਾਂ ਫੇ ਘੋੜੇ ਰਹੇ ਨਹੀਂ, ਪਤਾ ਨਹੀਂ ਖਾਲਸਾ ਵੀ ਤਾਂ ਹੀ ਘਟ ਗਿਆ। ਇਹ ਕਿਹੜੀ ਸ਼ਰਤ ਹੈ ਬਈ? ਖਾਲਸਾ ਸੋਜੋ ਕਰੇ ਨਿਤ ਜੰਗ, ਬਾ ਨਿਤ ਲੜਾਈਓ ਕਰੇ, ਹੋਰ ਕੰਮੇ ਨਾ ਕਰੇ। ਕਹਿੰਦੇ ਖਾਲਸਾ ਉਹ ਹੈ। ਹੁਣ ਭਾਵ ਅਰਥ ਕੀ ਲੈਣਾ ਗੁਰੂ ਦੇ ਬਚਨਾਂ ਦਾ? ਪਹਿਲਾਂ ਸੋਚਣਾ ਪਊ ਕਿ ਜੰਗ ਕਿਹਦੇ ਨਾਲ ਕਰਨਾ। ਖਾਲਸਾ ਤਾਂ ਨਿਰਵੈਰ ਹੈ। ਜੰਗ ਖਾਲਸੇ ਨੇ ਕਿਹਦੇ ਨਾਲ ਕੀਤਾ? ਜਿਹੜਾ ਇਹਦੇ ਉੱਤੇ ਚੜ ਕੇ ਆਇਆ। ਆਪ ਤਾਂ ਖਾਲਸਾ ਚੜ ਕੇ ਗਿਆ ਹੀ ਨਹੀਂ ਕਿਸੇ ਤੇ। ਕੱਲ ਤੁਹਾਨੂੰ ਬਚਨ ਕੀਤਾ ਸੀ, 4 ਜੰਗ 6ਵੇਂ ਪਾਤਸ਼ਾਹ ਦੇ, 14 ਜੰਗ ਗੁਰੂ ਗੋਬਿੰਦ ਸਿੰਘ ਜੀ ਦੇ। ਮਹਾਰਾਜ ਨੇ ਹੱਲਾ ਕੀਤਾ ਹੀ ਨਹੀਂ। ਜੋ ਹੱਲਾ ਕਰਕੇ ਆਏ ਉਹਨਾਂ ਦਾ ਜਵਾਬ ਦਿੱਤਾ ਹੈ ਮਹਾਰਾਜ। ਉਹਨਾਂ ਤੋਂ ਤਾਂ ਬਚਾਅ ਕਰਨਾ ਹੀ ਪੈਂਦਾ। ਹੁਣ ਖਾਲਸੇ ਨੇ ਨਿਤ ਜੰਗ ਕਿਹਦੇ ਨਾਲ ਕਰਨਾ? ਨਿਤ ਹਮਲਾ ਕੌਣ ਕਰਦਾ? ਇਹ ਸੋਚਣਾ ਪਊ ਨਾ। ਖਾਲਸਾ ਸੋਜੋ ਕਰੇ ਨਿਤ ਜੰਗ, ਹਰ ਰੋਜ਼ ਉਹਨੇ ਭਾਈ ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ। ਸਾਡੇ ਉੱਤੇ ਹਮਲਾ ਕਰ ਰਹੇ ਨੇ 5 ਸੂਰਬੀਰ ਬਲੀ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਨੇ ਦੁਸ਼ਮਣ ਸਾਡੇ ਜਿਹੜੇ ਨਿਤ ਹਮਲਾ ਕਰਦੇ ਨੇ। ਖਾਲਸਾ ਸੋਜੋ ਕਰੇ ਨਿਤ ਜੰਗ, ਖਾਲਸਾ ਉਹ ਹੈ ਭਾਈ ਜਿਹੜਾ ਇਹਨਾਂ ਵਿਕਾਰਾਂ ਨਾਲ ਨਿਤ ਲੜੇ, ਇਹਨਾਂ ਨਾਲ ਜੂਝੇ, ਇਹਨਾਂ ਨੂੰ ਲੜ ਕੇ ਜਿੱਤੇ, ਇਹਨਾਂ ਉੱਤੇ ਕਾਬੂ ਪਾਵੇ। ਇਹ ਨੇ ਵਿਕਾਰ ਸਾਡੇ ਦੁਸ਼ਮਣ। ਤਾਂ ਗੁਰਸਿੱਖ ਪਿਆਰਿਓ, ਇਹਨਾਂ ਨਾਲ ਜੇ ਜੰਗ ਕਰਨੇ ਤਾਂ ਫਿਰ ਕਿਹੜੇ ਘੋੜੇ ਤੇ ਚੜਨਾ ਪਊ? ਇਹ ਜਿਹੜੇ ਤੁਹਾਡੇ ਇੱਥੇ ਘੋੜੇ ਇਹਨਾਂ ਤੇ ਚੜ ਕੇ ਤਾਂ ਬੰਦੇ ਤੇ ਚੜ੍ਹਾਈ ਕੀਤੀ ਜਾ ਸਕਦੀ ਹੈ, ਕਿਸੇ ਮੁਲਕ ਤੇ ਚੜ੍ਹਾਈ ਕੀਤੀ ਜਾ ਸਕਦੀ ਹੈ। ਇਹਨਾਂ ਘੋੜਿਆਂ ਤੇ ਚੜ ਕੇ ਕਿਤੇ ਵਿਕਾਰ ਨਾਲ ਜੰਗ ਕਰ ਲਓਗੇ ਤੁਸੀਂ? ਇਹਨਾਂ ਘੋੜਿਆਂ ਤੇ ਚੜ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਾਂ ਨਹੀਂ ਜਿੱਤਿਆ ਜਾ ਸਕਦਾ। ਸੋ ਖਾਲਸਾ ਸੋ ਜੋ ਚੜ੍ਹੇ ਤੁਰੰਗ। ਖਾਲਸੇ ਨੇ ਕਿਹੜੇ ਘੋੜੇ ਦੀ ਸਵਾਰੀ ਕਰਨੀ ਹੈ? ਖਾਲਸੇ ਨੇ ਸਵਾਰੀ ਕਰਨੀ ਹੈ ਵਿਚਾਰ ਰੂਪੀ ਘੋੜੇ ਦੀ। ਵਿਚਾਰ ਦਾ ਘੋੜਾ ਜਿਹੜਾ ਖਾਲਸੇ ਨੇ ਸਵਾਰ ਹੋਣਾ,
ਤੇ ਵਿਚਾਰ ਦੇ ਘੋੜੇ ਤੇ ਚੜ ਕੇ ਵਿਕਾਰਾਂ ਦੇ ਦੁਸ਼ਮਣਾਂ ਨੂੰ ਜਿੱਤਿਆ ਜਾਂਦਾ ਹੈ। ਅਜੇ ਆਖੋ ਸਤਿਨਾਮ। ਘੋੜਾ ਵਿਚਾਰ ਦਾ ਹੋਵੇ ਉਹ ਫਿਰ ਪੰਜਾਂ ਵਿਕਾਰਾਂ ਨੂੰ ਜਿੱਤੇਗਾ। ਇਹ ਘੋੜੇ ਤਾਂ ਹੋਰਾਂ ਬੰਦਿਆਂ ਨੂੰ ਫੌਜਾਂ ਨੂੰ ਜਿੱਤਣ ਵਾਸਤੇ ਹੋਣੇ, ਇਹ ਵਿਕਾਰਾਂ ਨੂੰ ਜਿੱਤਣ ਵਾਲੇ ਘੋੜੇ ਨਹੀਂ ਹੈ। ਸੋ ਗੁਰੂ ਮਹਾਰਾਜ ਦੇ ਜਿਹੜੇ ਸ਼ਬਦ ਨੇ ਨਾ ਗੁਰਸਿੱਖ ਪਿਆਰਿਓ, ਉਹਨਾਂ ਦੀ ਵਿਚਾਰ ਜਦੋਂ ਸਿੱਖ ਸੁਣਦੇ ਨੇ, ਉਹਨਾਂ ਦੀ ਵਿਚਾਰ ਸੁਣ ਕੇ ਕੀ ਹੁੰਦਾ ਹੈ? ਕਾਮ ਅਰ ਕ੍ਰੋਧ ਵਿਨਾਸ਼ਨ। ਗੁਰੂ ਦੇ ਸ਼ਬਦਾਂ ਵਿੱਚ ਇਹ ਸ਼ਕਤੀ ਹੈ। ਚਾਹੇ ਤਾਂ ਹੀ ਸ਼ਬਦਾਂ ਨੂੰ ਅਣਿਆਲੇ ਤੀਰ ਲਿਖਿਆ, ਅਣਿਆਲੇ ਅਣੀਆਂ। ਕਬੀਰ ਸਤਗੁਰ ਸੂਰਮੈ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਉਹ ਇਹ ਤੀਰ ਕਮਾਨ ਥੋੜੋ ਹੈ ਕਿ ਮਾਰਿਆ ਸਿੱਖ ਨੂੰ, ਮਾਰਤਾ ਧਰਤੀ ਤੇ ਗੇਰ ਦਿੱਤਾ। ਲਾਗਤ ਹੀ ਭੋਏ ਗਿਰ ਪਰਿਆ। ਭੋਏ ਗਿਰਨ ਦਾ ਕੀ ਅਰਥ ਹੈ? ਗੁਰੂ ਦੇ ਸ਼ਬਦ ਦਾ ਜਦੋਂ ਤੀਰ ਵੱਜਣਾ, ਜਿਹੜਾ ਤੇਰੇ ਵਿੱਚ ਵੱਡਾ ਪਣਾ ਉਹ ਢਹਿ ਜਾਣਾ, ਤੂੰ ਨੀਵਾਂ ਹੋ ਜਾਣਾ। ਧਰਤੀ ਤੇ ਡਿੱਗਣਾ ਹੁੰਦਾ, ਨੀਵਾਂ ਹੋ ਜਾਣਾ, ਨਿਮਰਤਾ ਆ ਜਾਣੀ, ਮੈਂ ਤੋਂ ਰਹਿਤ ਹੋ ਜਾਣਾ। ਉਹ ਸ਼ਬਦ ਗੁਰੂ ਨੇ ਜਦੋਂ ਮਾਰਿਆ ਤੀਰ, ਸ਼ਬਦ ਦਾ, ਸੂਰਮੇ ਦਾ, ਆਮ ਦਾ ਮਾਰਿਆ ਤੀਰ ਤਾਂ ਘੁੱਗੀ ਨੂੰ ਨਹੀਂ ਮਾਰਦਾ ਗੁਰਸਿੱਖ ਪਿਆਰਿਓ, ਮੈਨੂੰ ਕਿੱਥੇ ਮਾਰੂ। ਪਰ ਕਬੀਰ ਸਤਗੁਰ ਸੂਰਮੇ, ਸਤਗੁਰ ਸੂਰਮੇ ਨੇ ਜਿਨ੍ਹਾਂ ਨੇ ਕਮਾਈ ਕੀਤੀ ਹੋਈ ਹੈ ਸ਼ਬਦ ਦੀ, ਉਹ ਜਦੋਂ ਸ਼ਬਦ ਦਾ ਤੀਰ ਮਾਰਦੇ ਨੇ ਤਾਂ ਤੇਰਾ ਜਿਹੜਾ ਵੱਡਾਪਣ ਹੈ, ਤੇਰਾ ਹਉਮੈ ਹੈ, ਤੂੰ ਉੱਚਾ ਬਣਿਆ ਫਿਰਦਾ, ਵੱਡਾ ਬਣਿਆ ਫਿਰਦਾ, ਇਹ ਲਾਗਤ ਹੀ ਭੋਏ ਗਿਰ ਪਰਿਆ। ਭੋਏ ਗਿਰਨਾ ਹੁੰਦਾ ਨੀਵਾਂ ਹੋ ਜਾਣਾ, ਆਪਾ ਛੱਡ ਦੇਣਾ, ਮੈਂ ਛੱਡ ਦਿੱਤੀ। ਹੁਣ ਜਦ ਅਸੀਂ ਧਰਤੀ ਤੇ ਮੱਥਾ ਟੇਕਦੇ ਉਦੋਂ ਭਾਵ ਇਹੀ ਹੈ ਕਿ ਆਪਣਾ ਸਿਰ ਮੈਂ ਤੇਰੇ ਤੇ ਧਰਤਾ, ਮੈਂ ਛੱਡ ਦਿੱਤੀ, ਮੇਰੇ ਵਿੱਚ ਹੁਣ ਹਉਮੈ ਨਹੀਂ ਹੈ। ਇਹੀ ਸ਼ਰਨ ਆਉਣ ਦੀ ਨਿਸ਼ਾਨੀ ਹੈ। ਉਹ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਐਸਾ ਤੀਰ ਹੈ, ਕਾਮ ਅਰ ਕ੍ਰੋਧ ਵਿਨਾਸ਼ਨ। ਗੁਰੂ ਦੇ ਸ਼ਬਦ, ਗੁਰੂ ਅੰਗਦ ਦੇਵ ਮਹਾਰਾਜ ਜੀ ਤੁਹਾਡੇ ਐਸੇ ਸ਼ਬਦ ਹਨ, ਐਸੀ ਉਹਨਾਂ ਵਿੱਚ ਤਾਕਤ ਹੈ, ਐਸੇ ਸੂਰਮੇ ਹੋ ਤੁਸੀਂ, ਜਦੋਂ ਸ਼ਬਦਾਂ ਦੇ ਤੀਰ ਮਾਰਦੇ ਹੋ ਜਨਮਾਂ ਜਨਮਾਂ ਦੇ ਅਗ ਪਾਪ ਉਹ ਨਾਸ ਹੋ ਜਾਂਦੇ ਨੇ। ਤੇ ਜਿਹੜੇ ਇੱਥੇ ਲੱਗੇ ਹੋਏ ਦੁਸ਼ਮਣ ਨੇ ਸਾਨੂੰ, ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਬੈਸ ਕੰਚਨ ਸੁਹਾਗਾ ਢਲ ਹੈ। 24 ਘੰਟੇ ਤੈਨੂੰ ਖਾਰ ਰਹੇ ਨੇ, ਖਤਮ ਕਰ ਰਹੇ ਨੇ। ਇਹ ਵਿਕਾਰ ਇਹਨਾਂ ਨੂੰ ਨਾਸ ਕਰਨ ਵਿੱਚ ਸਮਰੱਥ ਹਨ ਤੁਹਾਡੇ ਬਚਨ। ਲੋਭ ਮੋਹ ਵਸ ਕਰਨ, ਸਰਨ ਜਾਜਕ ਪ੍ਰਤਪਾਲਣ। ਕੱਲ ਭੱਟ ਜੀ ਕਹਿੰਦੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ, ਤੁਸੀਂ ਲੋਭ ਤੇ ਮੋਹ ਨੂੰ ਵਸ ਕਰ ਲਿਆ। ਵਸ਼ੀਕਰਨ ਹੋ ਗਏ ਨੇ ਲੋਭ ਤੇ ਮੋਹ। ਇਹ ਦੋ ਬੜੇ ਖਤਰਨਾਕ ਚੀਜ਼ਾਂ ਨੇ। ਸਾਨੂੰ ਵਾਰਾਂ ਤੇ ਵਧੇਕ ਪੜੋ, ਇਹਨਾਂ ਦੀ ਕਿਰਿਆ ਦੱਸ ਰਹੇ ਨੇ ਸਾਨੂੰ ਮਹਾਰਾਜ। ਝਾੜ ਝੱਖੜ ਉਹ ਹਾੜ, ਲਹਿਰੀ ਵਹਿਣ ਲਖੇਸਰੀ। ਝਾੜ ਝੱਖੜ, ਝੜੀ ਕਿਹਦੀ ਲੱਗੀ ਹੋਈ ਹੈ? ਸਾਧ ਸੰਗਤ ਮੋਹ ਦੀ। ਇਹ ਝੜੀ ਲੱਗੀ ਹੋਈ ਹੈ ਸਾਡੇ ਉੱਤੇ। ਝਾੜ ਕਹੀਏ ਝੜੀ, ਝਾੜ ਝੱਖੜ ਲੋਭ ਦਾ ਆਇਆ ਹੋਇਆ, ਝੱਖੜ ਗੁਰਸਿੱਖ ਪਿਆਰਿਓ ਤੇ ਤ੍ਰਿਸ਼ਨਾ ਦਾ ਆਇਆ ਹੋਇਆ ਹੜ। ਝਾੜ ਝੱਖੜ ਉਹ ਹਾੜ, ਉਹ ਹਾੜ ਕਹੀਏ ਹੜ। ਇਹ ਜਿਹੜਾ ਮੋਹ ਹੈ ਇਹਨੂੰ ਤੁਸੀਂ ਪੜ੍ਹਦੇ ਹੋ ਰਹਿ ਰਾਸ ਵਿੱਚ, ਪੰਕ ਜੋ ਮੋਹ ਪਗ ਨਹੀਂ ਚੱਲੇ। ਇਹ ਪੰਕ ਨਾਮ ਹੈ ਚਿੱਕੜ ਦਾ। ਇਹ ਜਿਹੜਾ ਮੋਹ ਹੈ ਭਾਈ ਗਾਰਾ, ਇਹ ਚਿੱਕੜ ਹੈ। ਜਿਵੇਂ ਚਿੱਕੜ ਕਰਿਆ ਹੋਵੇ ਉੱਥੇ ਤੁਰ ਨਹੀਂ ਨਾ ਹੁੰਦਾ, ਪੱਗ ਨਹੀਂ ਚੱਲੇ। ਚਿੱਕੜ ਵਿੱਚ ਪੈਰ ਨਹੀਂ ਨਾ ਤੁਰਦੇ, ਪੱਗ ਕਹੀਏ ਪੈਰ, ਜੁੱਤੀ ਉੱਥੇ ਹੀ ਫਸ ਜਾਂਦੀ ਹੈ। ਤੇ ਜਿਹੜੀ ਜੁੱਤੀ ਪੈਰਾਂ ਵਿੱਚ ਪਾਈ ਹੱਥ ਵਿੱਚ ਆ ਕੇ ਟੱਕਣੀ ਪੈਂਦੀ ਹੈ, ਫਿਰ ਚਿੱਕੜ ਵਿੱਚ ਤੁਰ ਨਹੀਂ ਹੁੰਦਾ, ਤੁਰ ਨਹੀਂ ਸਕਦੇ। ਇਹ ਮੋਹ ਰੂਪੀ ਜਿਹੜਾ ਚਿੱਕੜ ਹੈ ਇਹ ਸਾਨੂੰ ਗੁਰੂ ਦੇ ਮਾਰਗ ਤੇ ਤੁਰ ਨਹੀਂ ਦਿੰਦਾ। ਇਹ ਚਿੱਕੜ ਵੜ ਕੇ ਸਾਨੂੰ ਰੋਕਦਾ। ਤੇ ਲੋਭ ਰੂਪੀ ਗੁਰਮੁਖ ਪਿਆਰਿਓ ਹੜ, ਏਡਾ ਵੱਡਾ ਹੜ ਆਇਆ, ਝਾੜ ਝੱਖੜ ਉਹ ਹਾੜ। ਪਰ ਗੁਰੂ ਦੇ ਜਿਹੜੇ ਸ਼ਬਦ ਨੇ ਨਾ, ਸਤਿਗੁਰ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਇਹਨਾਂ ਦੋਹਾਂ ਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਵਸ ਕਰ ਲਿਆ। ਲੋਭ ਮੋਹ ਵਸ ਕਰਨ, ਤੁਹਾਡੇ ਵਸੀਕਰਨ ਹੋ ਗਏ ਨੇ, ਤੁਹਾਡੇ ਅਧੀਨ ਹੋ ਗਏ ਨੇ। ਤੇ ਅਸਰ ਕੀ ਹੋਇਆ? ਜਿੱਥੇ ਦੋ ਚੀਜ਼ਾਂ ਨਹੀਂ ਹੋਣਗੀਆਂ, ਜਾਚਕ ਸ਼ਰਨ ਜਾਚਕ ਪ੍ਰਤਪਾਲਣ। ਇਹਨੂੰ ਸਮਝ ਲਓ ਪਿਆਰ ਨਾਲ। ਜਾਚਕ ਕਹੀਏ ਮੰਗਤਾ, ਤੁਹਾਡੀ ਸ਼ਰਨ ਕੋਈ ਆਵੇ ਉਹਦੀ ਪ੍ਰਤਪਾਲ ਕਰਨੀ। ਭੁੱਖੇ ਨੂੰ ਪ੍ਰਸ਼ਾਦਾ ਦੇਣਾ, ਨੰਗੇ ਨੂੰ ਰੋਟੀ ਦੇਣੀ, ਬਿਮਾਰ ਹੈ ਉਹਨੂੰ ਦਵਾਈ ਦਾ ਇੰਤਜ਼ਾਮ ਕਰਨਾ, ਜਿਹਦੇ ਕੋਲ ਰਹਿਸ਼ ਨਹੀਂ ਉਹਨੂੰ ਸ਼ੈਲਟਰ ਦੇਣਾ, ਉਹਨੂੰ ਆਰਾਮ ਦਾ ਇੰਤਜ਼ਾਮ ਕਰਨਾ। ਇਹ ਹੈ ਜਾਚਕ ਪ੍ਰਤਪਾਲਣ।
ਜੋ ਮੰਗਤਾ ਬਣ ਕੇ ਤੁਹਾਡੇ ਕੋਲ ਆਵੇ ਉਹਦੀ ਪ੍ਰਤਪਾਲ ਕਰਨੀ, ਭਾਵ ਜਿਹੋ ਜੀ ਉਹਦੀ ਲੋੜ ਹੈ ਉਹ ਪੂਰੀ ਕਰਨੀ। ਪਰ ਇਹ ਕਰੂਗਾ ਕੌਣ ਗੁਰਸਿੱਖ ਪਿਆਰਿਓ? ਕੁੰਡੀਓ ਹੈ ਬਾਣੀ ਦੀ, ਜਿਹੜਾ ਲੋਭ ਤੇ ਮੋਹ ਤੋਂ ਰਹਿਤ ਹੋਵੇਗਾ। ਜਿਹਨੂੰ ਲੋਭ ਨੇ ਜਕੜਿਆ ਹੋਇਆ ਉਹ ਮੰਗਤੇ ਨੂੰ ਕਿੱਥੇ ਪੌੜ ਦੇ ਦੂਗਾ? ਉਹ ਕਿਵੇਂ ਜੇਬ ਚੋਂ ਕੱਢੂਗਾ? ਜਿਹਨੂੰ ਮੋਹ ਹੈ, ਲੋਭ ਹੈ, ਤੇ ਉਹ ਤਾਂ ਕਹੂਗਾ ਇੱਕ ਹੈ ਮੇਰੇ ਕੋਲ, ਇਹਨੂੰ ਕਾਹਨੂੰ ਦੇਣਾ? ਮੈਂ ਸੰਝ ਨੂੰ ਇਹਦੇ 2 ਬਣਾਉਣੇ, ਮੈਂ 4 ਬਣਾਉਣੇ, ਤਾਂ ਮੇਰਾ ਮੋਹ ਹੈ। ਉਹ ਕਿਵੇਂ ਦਾਨ ਕਰੇਗਾ? ਕਿਵੇਂ ਦਾਰਾ ਹੈ ਭਿਖਾਰੀ ਨੂੰ ਭਿਕਸ਼ਾ ਦੇਵੇਗਾ? ਕਿਵੇਂ ਸੇਵਾ ਕਰੇ? ਕਦੇ ਕਰ ਨਹੀਂ ਸਕਦਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਵਿੱਚ ਗੁਣ ਹੈ, ਜੋ ਤੁਹਾਡੇ ਦਰ ਤੇ ਜਾਚਕ ਆਉਂਦੇ ਨੇ ਤੁਸੀਂ ਸਾਰਿਆਂ ਦੀ ਪ੍ਰਤਪਾਲ ਕਰਦੇ ਹੋ। ਜੋ ਵੀ ਲੋੜਵੰਦ ਆਉਂਦਾ ਉਸੇ ਨੂੰ ਗੁਰਸਿੱਖ ਪਿਆਰਿਓ ਦੀ ਲੋੜ ਪੂਰੀ ਕਰਨੀ। ਗੁਰੂ ਘਰ ਬਣੀ ਇਸੇ ਖਾਤਰ ਸੀ ਗੁਰਸਿੱਖ ਪਿਆਰਿਓ। ਭੁੱਖੇ ਨੂੰ ਇੱਥੇ ਪ੍ਰਸ਼ਾਦਾ ਮਿਲੇ, ਜਿਹੜਾ ਮਨ ਤੋਂ ਤੜਫਿਆ ਫਿਰਦਾ ਹੈ ਉਹਨੂੰ ਆਤਮਿਕ ਸ਼ਾਂਤੀ ਮਿਲੇ। ਕੋਈ ਬਿਮਾਰ ਅਪਾਹਜ ਹੈ ਉਹਦੀ ਦਵਾਈ ਦਾ ਇੰਤਜ਼ਾਮ ਕੀਤਾ ਜਾਵੇ। ਜਿਹਦੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ, ਕੋਈ ਦੁੱਖ ਮੁਸੀਬਤ ਬਣ ਗਈ, ਉਹਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਜਾਵੇ। ਇਸੇ ਕਰਕੇ ਗੁਰੂ ਘਰ ਮਹਾਰਾਜ ਨੇ ਆਰੰਭ ਕੀਤੇ ਸੀ। ਇਹੀ ਗੱਲ ਸਾਰਿਆਂ ਨੂੰ ਜੋ ਵੀ ਜਾਚਕ ਬਣ ਕੇ ਇੱਥੇ ਸ਼ਰਨ ਆਵੇ ਉਹਦੀ ਪ੍ਰਤਪਾਲ ਕੀਤੀ ਜਾਵੇ। ਇਹ ਗੁਰੂ ਅੰਗਦ ਦੇਵ ਮਹਾਰਾਜ ਤੁਹਾਡੇ ਦਰਬਾਰ ਵਿੱਚ ਜੋ ਵੀ ਇੱਛਾ ਲੈ ਕੇ ਭਿਖਾਰੀ ਬਣ ਕੇ ਜਾਚਕ ਮੰਗਤਾ ਬਣ ਕੇ ਆਉਂਦੇ, ਤੁਸੀਂ ਉਹਦੀ ਪ੍ਰਤਪਾਲ ਕਰਦੇ ਹੋ, ਉਹਦੀਆਂ ਲੋੜਾਂ ਪੂਰੀਆਂ ਕਰਦੇ ਹੋ। ਤੇ ਗੁਰਸਿੱਖ ਪਿਆਰਿਓ ਕਿਉਂ ਕਰਦੇ ਹੋ? ਲੋਭ ਮੋਹ ਵਸ ਕਰਨ। ਕਿਉਂਕਿ ਲੋਭ ਤੇ ਮੋਹ ਬੜੇ ਭਾਰੇ ਜੱਗਰ ਜਿਹੜੇ ਆਨੇ ਇਹ ਤੁਹਾਡੇ ਵਸੀਕਰਨ ਹੋ ਗਏ ਨੇ, ਤੁਸੀਂ ਆਪਣੇ ਅਧੀਨ ਕਰ ਲਏ ਨੇ। ਜਿਹਨੂੰ ਲੋਭ ਨਹੀਂ ਹੈ ਗੁਰਸਿੱਖ ਪਿਆਰਿਓ, ਮੋਹ ਨਹੀਂ ਹੈ, ਉਹੀ ਕਿਸੇ ਨੂੰ ਕੁਝ ਦੇ ਸਕੂਗਾ। ਜਿਹਨੂੰ ਲੋਭ ਤੇ ਮੋਹ ਵਿੱਚ ਜਕੜਿਆ ਹੋਇਆ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਤੁਹਾਡੇ ਘਰ ਦੀਆਂ ਹੀ ਗੱਲਾਂ ਨੇ। ਉਹ ਤਾਂ ਇੱਕੋ ਸੋਚ ਵਿੱਚ ਬੈਠਾ ਰਹਿੰਦਾ ਵੀ ਜਿਹੜਾ ਮੇਰੇ ਕੋਈ ਆਵੇ ਉਹ ਲੈ ਕੇ ਕੀ ਆਉਂਦਾ, ਜਿੱਦਣ ਮੈਂ ਉਹਦੇ ਜਾਵਾਂ ਮੈਨੂੰ ਕੀ ਦਊਗਾ। ਕੋ ਸਤਨਾਮ, ਉਹ ਤਾਂ ਐਸੇ ਫਾਰਮੂਲੇ ਸੋਚਦਾ ਹੈ। ਪਰ ਜਿੱਥੇ ਲੋਭ ਤੇ ਮੋਹ ਵਸ ਕਰਨ ਹੋ ਜਾਂਦੇ ਨੇ ਉੱਥੇ ਇੱਕੋ ਇੱਕ ਫਾਰਮੂਲਾ ਹੈ, ਕਿਸੇ ਨੂੰ ਕੁਝ ਦਿੱਤਾ ਜਾਵੇ। ਲੈਣ ਦੀ ਉੱਥੇ ਇੱਛਾ ਹੀ ਨਹੀਂ, ਕਿਉਂਕਿ ਲੋਭ ਹੀ ਨਹੀਂ ਰਿਹਾ, ਵਸਤੂ ਨਾਲ ਮੋਹ ਹੀ ਨਹੀਂ ਰਿਹਾ। ਫਿਰ ਸਭ ਕੁਝ ਇਸੇ ਕਰਕੇ ਗੁਰਸਿੱਖ ਇਤਿਹਾਸ ਵਿੱਚ ਬਹੁਤ ਪ੍ਰਮਾਣ ਆਉਂਦੇ ਨੇ। ਗੁਰਸਿੱਖ ਪਿਆਰਿਓ, ਗੁਰੂ ਦੇ ਸਿੱਖ ਮਜ਼ਦੂਰੀ ਕਰਦੇ ਸੀ। ਮਜ਼ਦੂਰੀ ਉਦੋਂ ਪੈਸਾ ਤੇ ਲਈ ਮਜ਼ਦੂਰੀਆਂ ਹੁੰਦੀਆਂ ਸੀ, ਬਹੁਤ ਗਰੀਬੀ। ਗੁਰਸਿੱਖ ਪਿਆਰਿਓ ਮਜ਼ਦੂਰੀ ਕਰਕੇ ਲਿਆਏ, ਇੱਕੋ ਦੇ ਘਰ ਵਾਲੀ, ਇੱਕੋ ਦਾ ਬੱਚਾ ਛੋਟਾ ਜਿਹਾ ਗੋਦ ਵਿੱਚ ਮਾਂ ਦੇ। 2 ਪ੍ਰਸ਼ਾਦੇ ਪਕਾਏ, ਬਸ ਐਨੇ ਹੀ 4 ਪ੍ਰਸ਼ਾਦੇ ਜੋਗੀ ਮਜ਼ਦੂਰੀ ਹੋਈ। 2 ਮਾਂ ਪੁੱਤ ਨੇ ਖਾਣੇ ਸੀ, 2 ਆਪ ਸਿੱਖ ਨੇ ਖਾਣੇ ਸੀ। ਤੇ ਅਕਾਲ ਪੁਰਖ ਵਾਹਿਗੁਰੂ ਨੇ ਲੋਭ ਮੋਹ ਤੋਂ ਪਰੇ ਕੀਤਾ ਸਿੱਖਾਂ ਨੂੰ। ਐਸੀ ਰਚਨਾ ਕਰੀ, ਉਸੇ ਦੇ ਦਰ ਤੇ ਭਿਖਾਰੀ ਬਣ ਕੇ ਖੜ ਗਏ। ਮੈਂ ਭੁੱਖਾ ਹੈ, ਮੈਨੂੰ ਕੋਈ ਪ੍ਰਸ਼ਾਦਾ ਦਿਓ। ਤਾਂ ਗੁਰਸਿੱਖ ਪਿਆਰਿਓ ਉੱਠਿਆ ਸਿੱਖ, ਆਪਣੇ 2 ਪ੍ਰਸ਼ਾਦਿਆਂ ਤੋਂ 1 ਪ੍ਰਸ਼ਾਦਾ ਦੇ ਦਿੱਤਾ। ਉਹਨੇ ਉਹ ਵੀ ਛਕ ਲਿਆ। ਦੂਜੀ ਵਾਰ ਫੇਰ ਬਚਨ ਕੀਤਾ, ਮੈਂ ਤਾਂ ਬਹੁਤ ਭੁੱਖਾ ਹੈ, ਮੈਨੂੰ ਹੋਰ ਰੋਟੀ ਦਿਓ। ਉਹ ਗੁਰਸਿੱਖ ਆਪਣੀ ਘਰਵਾਲੀ ਨੂੰ ਕਹਿਣਾ, ਤੇਰੇ ਗੋਦ ਵਿੱਚ ਬੱਚਾ ਹੈ, ਅੰਨ ਅੰਦਰ ਜਾਵੇਗਾ, ਸੀਰ ਬਣੇਗਾ, ਇਹਦੀ ਭੁੱਖ ਵੀ ਹਟੂਗੀ, ਮੈਂ ਸਾਰ ਲੈਣਾ। ਆਪਣਾ ਪ੍ਰਸ਼ਾਦਾ ਵੀ ਦੇ ਦਿੱਤਾ। ਉਹਨੇ 2 ਛਕ ਕੇ ਵੀ ਗੁਰਸਿੱਖ ਪਿਆਰਿਓ ਫੇਰ ਆਵਾਜ਼ ਮਾਰੀ। ਉੱਠ ਖੜੀ ਘਰਵਾਲੀ, ਗੁਰੂ ਦੀ ਸਿੱਖਣੀ, ਗੁਰੂ ਦੀ ਪਿਆਰੀ, ਉਹਨੇ ਆਪਣਾ ਪ੍ਰਸ਼ਾਦਾ ਵੀ ਦੇ ਦਿੱਤਾ। 3 ਪ੍ਰਸ਼ਾਦੇ। ਪਰ ਇਮਤਿਹਾਨ ਲੈਣ ਵਾਲੇ ਕਿਤੇ ਐਵੇਂ ਨਹੀਂ, ਪਿਆਰਿਆਂ ਦਾ ਦਰਜਾ ਐਵੇਂ ਨਹੀਂ ਮਿਲਦਾ। ਜਿਹਦੇ ਸਿਰ ਵੱਡੇ ਤੇ ਉਹੀ ਪਿਆਰੇ ਬਣੇ। ਅੱਜ ਆਖੋ ਸਤਨਾਮ। ਕਦੇ ਸੋਚਿਆ ਇਸ ਟੈਕਨੀਕ ਨੂੰ? ਤੁਸੀਂ ਇਸ ਫਾਰਮੂਲੇ ਨੂੰ ਸੋਚਿਆ? ਤੁਸੀਂ ਜਿਹਦੇ ਮੁੱਕਾ ਮਾਰੋ ਤੁਹਾਡਾ ਪਿਆਰਾ ਹੋ, ਤੁਸੀਂ ਜਿਹਦੀ ਲੱਤ ਵੱਢੋ ਤੁਹਾਡਾ ਪਿਆਰਾ ਹੋ, ਜਿਹਨੂੰ ਤੁਸੀਂ ਮਾਰੋ ਉਹ ਤੁਹਾਡਾ ਪਿਆਰਾ ਬਣੋ। ਇਹ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇ ਦਰ ਦਾ ਫਾਰਮੂਲਾ ਹੈ। ਜਿਨ੍ਹਾਂ ਨੂੰ ਵੱਢਿਆ ਉਹੀ ਪਿਆਰੇ ਬਣੇ। ਅੱਜ ਆਖੋ ਸਤਨਾਮ। ਇੱਥੇ ਤਾਂ ਮਾੜਾ ਜਿਹਾ ਬਚਨ ਬੋਲ ਦੋ, ਕਿਸੇ ਨੂੰ ਜ਼ਿੰਦਗੀ ਨਹੀਂ ਥੋੜ੍ਹਾ ਬੋਲੂਗਾ। ਜਿਨ੍ਹਾਂ ਉੱਤੇ ਤਲਵਾਰ ਚਲਾਈ ਉਹ ਪਿਆਰੇ ਬਣੇ। ਜਿਹਨੂੰ ਤੁਸੀਂ ਕਤਲ ਕਰੋ ਕਦੇ ਪਿਆਰਾ ਬਣ ਸਕਦਾ ਹੋ? ਪਰ ਗੁਰੂ ਘਰ ਦਾ ਖੇਲ ਗੁਰਸਿੱਖ ਪਿਆਰਿਓ ਇੱਥੇ ਵਸਤਾ ਹੀ ਇਹੀ ਹੈ। ਉਹ ਘਰ ਵਾਲੀ ਉੱਠੀ, ਕੋਈ ਨਹੀਂ ਪਤੀ ਦੇਵ, ਮੈਂ 1 ਪ੍ਰਸ਼ਾਦੇ ਨਾਲ ਸਾਰ ਲਾਂਗੀ, ਪਰ ਇਮਤਿਹਾਨ ਲੈਣ ਲੱਗੇ ਕਿਤੇ ਸਖਾਲਾ ਕਰਦੇ ਨੇ।
ਉਹ ਇਮਤਿਹਾਨ ਹੀ ਨਹੀਂ ਹੁੰਦਾ ਜਿਹਦਾ ਤੈਨੂੰ ਪਤਾ ਹੋਵੇ। ਇਮਤਿਹਾਨ ਉਹ ਹੁੰਦੇ ਜਿਸ ਸਵਾਲ ਦਾ ਤੈਨੂੰ ਪਤਾ ਹੀ ਨਾ ਹੋਵੇ ਕਿ ਸਵਾਲ ਕੀ ਆ ਜਾਣਾ। ਜੇ ਤੈਨੂੰ ਸਵਾਲ ਦਾ ਹੀ ਪਤਾ ਫਿਰ ਐਗਜ਼ਾਮ ਕਾਹਦਾ ਹੋਇਆ? ਉਹੀ ਸਵਾਲ ਆਵੇ ਜਿਹਦਾ ਤੈਨੂੰ ਪਤਾ ਹੀ ਨਾ ਹੋਵੇ, ਬਸ ਫਿਰ ਉਹ ਇਮਤਿਹਾਨ ਹੁੰਦਾ ਹੈ। ਗੁਰਸਿੱਖ ਪਿਆਰਿਓ, ਉਹ ਇਮਤਿਹਾਨ ਲੈਣ ਆਏ ਤੇ ਕਹਿ ਦਿੱਤਾ ਅਜੇ ਵੀ ਮੇਰੀ ਭੁੱਖ ਨਹੀਂ ਹਟੀ। ਸਿੱਖ ਗੁਰੂ ਦਾ ਕਹਿੰਦਾ ਦਰ ਤੇ ਆਇਆ ਕਿਤੇ ਖਾਲੀ ਨਾ ਚਲਿਆ ਜਾਵੇ। ਜਾਚਕ ਪ੍ਰਤਪਾਲਣ, ਉਹ ਘਰਵਾਲੀ ਨੇ ਚੌਥਾ ਪ੍ਰਸ਼ਾਦਾ ਵੀ ਦੇ ਦਿੱਤਾ। ਅਸੀਂ ਭੁੱਖੇ ਕੱਟ ਲਵਾਂਗੇ, ਕੱਲ ਨੂੰ ਮਜ਼ਦੂਰੀ ਤੇ ਜਾਣਾ ਤਾਂ 2 ਪੈਸੇ ਕਮਾਵਾਂਗੇ, ਤਾਂ ਕਿਤੇ ਅੰਨ ਖਰੀਦ ਕੇ ਪ੍ਰਸ਼ਾਦਾ ਬਣਨਾ। ਗੁਰਸਿੱਖ ਪਿਆਰਿਓ, ਇਹ ਕਿਹਨਾਂ ਦੀ ਅਵਸਥਾ ਹੈ? ਨਹੀਂ ਤਾਂ ਉੱਥੋਂ ਹੀ ਕਹਿ ਦਿੰਦੇ ਵੀ ਤੂੰ ਜਾਣਾ ਹੈ ਕਿ ਤੈਨੂੰ ਤੋਰੀਏ। ਅੱਜ ਆਖੋ ਸਤਨਾਮ, ਜਵਾਬ ਅਸੀਂ ਥੋੜੋ ਦੇਣਾ ਤਾਂ ਵੀ ਰੋਟੀ ਦੇਣੀ ਨਹੀਂ, ਅਸੀਂ ਸਿੱਧਾ ਕਵਾਂਗੇ ਵੀ ਤੂੰ ਤੁਰਦਾ ਕਿ ਤੈਨੂੰ ਤੋਰੀਏ। ਤੂੰ ਚੰਗਾ ਭਲਾ ਮਜ਼ਦੂਰੀ ਕਾਹਤੇ ਨਹੀਂ ਕਰਦਾ? ਲੋਭ ਤੇ ਮੋਹ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਾਬਤ ਕੱਲ ਭੱਟ ਜੀ ਬਚਨ ਕਰਦੇ ਨੇ ਕਿ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੇਰੇ ਦਰ ਤੇ ਜੋ ਵੀ ਮੰਗਤਾ ਆ ਗਿਆ, ਜਾਚਕ ਪ੍ਰਤਪਾਲਣ, ਜੋ ਵੀ ਆ ਗਿਆ ਤੁਸੀਂ ਉਹਦੀ ਪ੍ਰਤਪਾਲ ਕੀਤੀ। ਕਿਉਂ ਕੀਤੀ? ਕਿਉਂਕਿ ਲੋਭ ਤੇ ਮੋਹ ਨੂੰ ਤੁਸੀਂ ਵਸ ਕਰ ਲਿਆ ਹੈ। ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ। ਆਤਮ ਮਮਾ ਮੁਕਤਾ ਆਤਮ ਕਹੀਏ ਮਨ। ਇਹ ਸਤਿਗੁਰ ਪਾਤਸ਼ਾਹ ਜੀ ਤੁਸੀਂ ਆਪਣੇ ਮਨ ਵਿੱਚ ਕੀ ਇਕੱਠਾ ਕੀਤਾ? ਸੰਗ੍ਰਹਿਣ, ਸੰਗ੍ਰਹਿ ਕਰਨਾ, ਇਕੱਠਾ ਕਰਨਾ। ਜਿਵੇਂ ਗੁਰੂ ਅਰਜਨ ਦੇਵ ਨੂੰ ਨਹੀਂ ਆਪਾਂ ਕਹਿੰਦੇ ਬਾਣੀ ਦਾ ਸੰਗ੍ਰਹਿ ਕੀਤਾ, ਬਾਣੀ ਇਕੱਠੀ ਕੀਤੀ। ਸੰਗ੍ਰਹਿਣ ਕਰਨਾ, ਇਕੱਠਾ ਕਰਨਾ। ਆਤਮ ਕਹੀਏ ਮਨ, ਤੁਸੀਂ ਆਪਣੇ ਮਨ ਵਿੱਚ ਕੀ ਚੀਜ਼ ਇਕੱਠੀ ਕੀਤੀ ਹੈ? ਆਪਣੇ ਤਾਂ ਵੇਖ ਲਓ ਕਿੰਨੀਆਂ ਚੀਜ਼ਾਂ ਇਕੱਠੀਆਂ। ਗੁਰੂ ਅੰਗਦ ਦੇਵ ਜੀ ਨੂੰ ਕੱਲ ਭਗਤ ਜੀ ਕਹਿੰਦੇ ਭੱਟ ਸਾਹਿਬ ਆਤਮ ਰਤ ਸੰਗ੍ਰਹਿਣ। ਰਤ ਜਿੱਥੇ ਸ਼ਬਦ ਆ ਜਾਵੇ ਉੱਥੇ ਰਤ ਦਾ ਅਰਥ ਹੈ ਪ੍ਰੇਮ, ਪ੍ਰੀਤੀ। ਰਤੇ ਪ੍ਰੇਮ ਵਿੱਚ ਰਤੇ ਹੋਏ, ਰਤ ਪ੍ਰੇਮੀ, ਪ੍ਰੀਤੀ। ਇਹੀ ਤੁਸੀਂ ਦਸਮ ਪਾਤਸ਼ਾਹ ਤੋਂ ਪੜੋਗੇ, ਦਸਮ ਸਵਈਏ ਪੜੋ ਕਿਤੇ ਤਉ ਪ੍ਰਸਾਰ ਸਵਈਏ, ਉੱਥੇ ਵੀ ਰਤ ਦਾ ਅਰਥ ਪ੍ਰੇਮ ਹੈ। ਏਕ ਰਤੀ ਬਿਨ ਏਕ ਰਤੀ ਕੇ, ਜਿਹੜਾ ਪਹਿਲਾ ਰਾਰਾ ਹੈ ਉਹ ਮੁਕਤਾ ਬੋਲਣਾ, ਉਹ ਤੇ ਅਧਕ ਨਹੀਂ ਲਾਉਣੀ, 2 ਵਾਰ ਰੱਤੀ ਪਾਠ ਨਹੀਂ ਕਰਨਾ। ਏਕ ਰਤੀ ਬਿਨ ਏਕ ਰਤੀ ਕੇ, ਕੋਈ ਗੱਲ ਹੀ ਨਾ ਬਣੀ। ਏਕ ਰਤੀ ਬਿਨ ਏਕ ਰਤੀ ਕੇ, ਰਤੀ ਹੁੰਦੀ ਹੈ ਜਿਸ ਨਾਲ ਸੁਨਿਆਰ ਵੀਰ ਤੋਲਦਾ। 8 ਰਤੀਆਂ ਦਾ ਇੱਕ ਮਾਸਾ, 12 ਮਾਸਿਆਂ ਦਾ ਇੱਕ ਤੋਲਾ, 5 ਤੋਲਿਆਂ ਦੀ ਸਟਾਕ ਹੁੰਦੀ ਹੈ ਨਾ, ਉਹ ਰਤੀ। ਤੇ ਪਹਿਲਾ ਸ਼ਬਦ ਬੋਲਣਾ ਹੈ ਏਕ ਰਤੀ ਬਿਨ। ਸਭ ਕਰਮ ਧਰਮ ਕਰਦਾ ਫਿਰੀ ਜਾ, ਜੋ ਮਰਜੀ ਕਥਾ ਗਿਆਨ ਕਰਦਾ ਫਿਰੀ ਜਾ, ਦਾਨ ਪੁੰਨ ਕਰਦਾ ਫਿਰੀ ਜਾ, ਜੇ ਤੇਰੇ ਮਨ ਵਿੱਚ ਇੱਕ ਵਾਹਿਗੁਰੂ ਦਾ ਪ੍ਰੇਮ ਨਹੀਂ ਹੈ। ਏਕ ਰਤੀ ਬਿਨ ਏਕ ਰਤੀ ਕੇ, ਤੇਰੇ ਕੀਤੇ ਹੋਏ ਕਰਮ ਧਰਮ ਇੱਕ ਰਤੀ ਦੇ ਬਰਾਬਰ ਵੀ ਨਹੀਂ ਹੈ। ਅੱਜ ਕਹੇ ਆਖੋ ਸਤਨਾਮ। ਰਤ ਕਹੀਏ ਪ੍ਰੇਮ, ਪ੍ਰੇਮ ਤੋਂ ਬਿਨਾ ਜਿਨੇ ਵੀ ਕਰਮ ਧਰਮ ਕਰਨੇ ਹੈ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਏਕ ਰਤੀ ਕੇ। ਦੇਖ ਲੋ ਰਤੀ ਕਿੰਨੀ ਕੁ ਹੁੰਦੀ ਹੈ। ਤੂੰ ਜਗ ਕਰ, ਖੰਡ ਪਾਠ ਕਰਾ, ਜੋ ਮਰਜੀ ਕਰਾ, ਜੇ ਤੇਰੇ ਵਿੱਚ ਪ੍ਰੇਮ ਨਹੀਂ ਹੈ। ਏਕ ਰਤੀ ਬਿਨ, ਉਹੀ ਰਤ ਸ਼ਬਦ ਕਹੀਏ ਪ੍ਰੇਮ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੁਸੀਂ ਆਪਣੇ ਮਨ ਵਿੱਚ ਕੀ ਇਕੱਠਾ ਕੀਤਾ ਹੋਇਆ ਹੈ? ਆਤਮ ਰਤ ਸੰਗ੍ਰਹਿਣ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੁਹਾਡੇ ਮਨ ਵਿੱਚ ਇੱਕ ਪ੍ਰੇਮ ਹੀ ਇਕੱਠਾ ਹੋਇਆ ਹੋਇਆ। ਦੇਖੋ ਕੈਸੇ ਬਚਨ ਨੇ ਪਟਾਂ ਦੇ, ਹੋਰ ਕੁਝ ਹੈ ਹੀ ਨਹੀਂ ਉੱਥੇ ਪ੍ਰੇਮ ਤੋਂ ਬਿਨਾ। ਤੇ ਜਿੱਥੇ ਪ੍ਰੇਮ ਤੋਂ ਬਿਨਾ ਨਾ ਹੋਵੇ, ਤੁਸੀਂ ਸਿਆਣੇ ਹੁਣ ਆਪ ਸਮਝ ਲਓ, ਜਿੱਥੇ ਪ੍ਰੇਮ ਹੈ ਉੱਥੇ ਹੀ ਵਾਹਿਗੁਰੂ ਹੈ, ਉੱਥੇ ਹੀ ਪਰਮੇਸ਼ਰ ਹੈ। ਪ੍ਰੇਮ ਹੀ ਵਾਹਿਗੁਰੂ ਹੈ। हे ਗੁਰੂ ਅੰਗਦ ਦੇਵ ਜੀ ਤੁਸੀਂ ਹੋਰ ਕੋਈ ਸੰਸਾਰੀ ਪਦਾਰਥ, ਕੋਈ ਮਾਣ ਤਾਣ ਆਪਣੇ ਮਨ ਵਿੱਚ ਨਹੀਂ ਰੱਖਿਆ, ਇੱਕ ਪ੍ਰੇਮ ਹੀ ਇਕੱਠਾ ਕੀਤਾ ਹੋਇਆ। ਹੁਣ ਜਿਹਦੇ ਹਿਰਦਾ ਭਰਿਆ ਹੋਇਆ ਹੀ ਪ੍ਰੇਮ ਨਾਲ ਹੋਵੇਗਾ, ਉਹੀ ਕਿਸੇ ਨੂੰ ਪ੍ਰੇਮ ਵੰਡੂਗਾ। ਪ੍ਰੇਮੀਓ, ਜਿਸ ਗੜਵੀ ਵਿੱਚ ਦੁੱਧ ਪਿਆ ਉਹ ਗੜਵੀ ਉਹ ਕਿਸੇ ਨੂੰ ਦੁੱਧ ਦੇ ਸਕਦੀ ਹੈ ਜਿਹਦੇ ਵਿੱਚ ਪਾਣੀ ਉਹ ਦਊਗੀ। ਜਿਸ ਬਾਲਟੀ ਦੁੱਧ ਵਿੱਚ ਦੁੱਧ ਨਾਲ ਭਰੀ ਵੀ ਹੈ, ਜਿਹੜੇ ਆਉਣਗੇ ਦੁੱਧ ਪੀ ਜਾਣਗੇ। ਗੁਰੂ ਅੰਗਦ ਦੇਵ ਜੀ ਦਾ ਮਨ ਉਹ ਭਰਿਆ ਸੀ ਪ੍ਰੇਮ ਨਾਲ, ਉਹਨਾਂ ਨੇ ਪਿਆਰ ਹੀ ਇਕੱਠਾ ਕੀਤਾ ਹੋਇਆ ਤੇ ਜਿੰਨੇ ਵੀ ਆਉਨੇ ਹੈ ਸਾਰਿਆਂ ਨੂੰ ਪ੍ਰੇਮ ਹੀ ਵਰਤਦਾ ਹੈ। ਸਾਰੇ ਪ੍ਰੇਮ ਦਾ ਹੀ ਪਦਾਰਥ ਉਹਨਾਂ ਤੋਂ ਲੈਂਦੇ ਨੇ। ਆਤਮ ਰਤ ਸੰਗ੍ਰਹਿਣ, ਤੁਸੀਂ ਆਪਣੇ ਮਨ ਵਿੱਚ
ਇੱਕ ਪ੍ਰੇਮ ਦਾ ਹੀ ਇਕੱਠ ਸੰਗ੍ਰਹਿ ਕੀਤਾ ਹੋਇਆ ਹੈ। ਕਹਿਣ ਅੰਮ੍ਰਿਤ ਕਲ ਢਾਲਣ, ਕਹਿਣ ਕਹੀਏ ਬਚਨ ਕਹਿਣਾ ਬੋਲਣਾ। ਹੁਣ ਦੱਸ ਰਹੇ ਨੇ ਤਿੰਨੇ ਗੱਲਾਂ, ਕੱਲ ਤੁਹਾਨੂੰ ਬਚਨ ਕੀਤਾ ਸੀ ਮਨ ਬਚ ਕਰਮ, ਇਹ ਤਿੰਨੇ ਕੰਮ ਅਸੀਂ ਕਰਦੇ ਹਾਂ। ਕੁਝ ਮਨ ਨਾਲ ਕਰਦੇ ਹਾਂ ਭਾਈ, ਕੁਝ ਬਚਨਾਂ ਨਾਲ ਬੋਲ ਕੇ ਕਰਦੇ ਹਾਂ ਕਰਮ ਆਪਾਂ, ਕੁਝ ਸਰੀਰ ਨਾਲ ਕਰਦੇ ਹਾਂ। ਇਹ ਤਿੰਨੇ ਤਰੀਕਿਆਂ ਨਾਲ ਸਾਡੇ ਕਰਮ ਹੋ ਰਹੇ ਨੇ। ਮਨ ਕਰਕੇ ਕਰਮ ਹੋ ਰਹੇ ਨੇ, ਉਹਨੂੰ ਕਰਨਾ ਕੁਝ ਨਹੀਂ ਪੈਂਦਾ, ਸੰਕਲਪ ਹੀ ਕਰ ਲੈਣਾ। ਬੋਲਣਾ ਨਹੀਂ ਪਿਆ, ਹਿਲਣਾ ਨਹੀਂ ਪਿਆ, ਬਾ ਮਨ 'ਚ ਸੋਚ ਲਿਆ ਇਹਦਾ ਕੱਖ ਨਾ ਰਵੇ, ਅੱਜ ਕੇ ਆਖੋ ਸਤਨਾਮ, ਕੁਝ ਕਰਨਾ ਹੀ ਨਹੀਂ ਪਿਆ। ਮਨ ਲੋਚਿਆ ਬੁਰਾਈਆਂ ਮਾਨਸਿਕ ਕਰਮ ਨੇ ਭਾਈ। ਈਰਖਾ ਦੁਆਇਸ ਵਿੱਚ ਸੜੀ ਜਾਣਾ ਬੈਠਿਆਂ ਨੇ, ਨਾ ਸਰੀਰ ਲੱਗਿਆ ਨਾ ਉੱਥੇ ਕੋਈ ਧਨ ਲੱਗਿਆ। ਬਾ ਵਿਕਾਰ ਸਾਨੂੰ ਤਾਂ ਆਖਿਆ ਸੀ ਮਨ ਨਾਲ ਤੂੰ ਕੀ ਕਰਮ ਕਰਨਾ ਸਿੱਖਾ। ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਇਹ ਹੈ ਸਿੱਖ ਦਾ ਮਨ ਕਰਮ। ਤੂੰ ਪਰਾਏ ਦਾ ਬੁਰਾ ਮਨ ਵਿੱਚ ਨਹੀਂ ਲਿਆਉਣਾ, ਕਰਨਾ ਤਾਂ ਕੀ। ਪਰ ਕਾ ਬੁਰਾ ਨਾ ਰਾਖੋ ਚੀਤ, ਤੇ ਤੈਨੂੰ ਮਿਲੂਗਾ ਕੀ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਗੁਰੂ ਗ੍ਰੰਥ ਸਾਹਿਬ ਦਾ ਬਚਨ। ਜੇ ਤੂੰ ਪਰਾਇਆ ਦਾ ਬੁਰਾ ਮਨ ਵਿੱਚੋਂ ਕੱਢ ਦਵੇਂ ਤੇ ਤੈਨੂੰ ਜ਼ਿੰਦਗੀ ਵਿੱਚ ਕੋਈ ਦੁੱਖੇ ਨਾ ਆਵੇ, ਤੈਨੂੰ ਸੰਕਟੇ ਨਾ ਆਵੇ। ਕਿਉਂਕਿ ਮਨ ਵਿੱਚ ਬੁਰਾ ਲਿਆਉਣਾ, ਇਹਨੂੰ ਸਿਆਣੇ ਸਤਿਕਾਰਯੋਗ ਬੈਠੇ ਹੋ, ਮਨ ਵਿੱਚ ਜਦੋਂ ਬੁਰਾ ਖਿਆਲ ਲਿਆਵਾਂਗੇ ਸਮਝੋ ਮਨ ਵਿੱਚ ਇੱਕ ਬੁਰਾਈ ਦਾ ਬੀਜ ਬੀਜਿਆ ਗਿਆ, ਇੱਕ ਅੰਕੁਰ ਰੱਖਿਆ ਗਿਆ। ਤੇ ਜਿਹੜਾ ਬੀਜ ਕਿਤੇ ਰੱਖ ਹੋ ਗਿਆ ਕਿਸੇ ਦਿਨ ਉਗਣਾ ਹੀ ਉਗਣਾ, ਉਹਨੇ ਵਧਣਾ ਹੀ ਵਧਣਾ, ਇੱਕ ਤੋਂ ਅਨੇਕ ਹੋਣਾ ਹੀ ਹੈ। ਧੰਨ ਗੁਰੂ ਮਹਾਰਾਜ ਨੇ ਕੈਸੇ ਬਚਨ ਕੀਤੇ ਨੇ, ਮਨ ਵਿੱਚ ਬੁਰਾ ਲਿਆਓ ਹੀ ਨਾ, ਕਦੇ ਵੀ ਸੰਕਲਪ ਹੀ ਨਹੀਂ ਕਰਨਾ ਕਿਸੇ ਦਾ, ਚਿਤਵਣਾ ਹੀ ਨਹੀਂ ਬੁਰਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। हे ਸ੍ਰੀ ਗੁਰੂ ਅੰਗਦ ਦੇਵ ਜੀ, ਤੁਸੀਂ ਸਾਰਿਆਂ ਵਾਸਤੇ ਆਪਣੇ ਮਨ ਵਿੱਚ ਪ੍ਰੇਮ ਇਕੱਠਾ ਕੀਤਾ ਹੋਇਆ ਹੈ। ਆਤਮ ਰਤ ਸੰਗ ਰਹਿਣ, ਪ੍ਰੇਮ ਰਤ ਕਹੀਏ ਪ੍ਰੇਮ, ਤੇ ਕਹਿਣ ਅੰਮ੍ਰਿਤ ਕਲ ਢਾਲਣ। ਤੁਹਾਡਾ ਜਿਹੜਾ ਕਹਿਣਾ ਭਾਵ ਬੋਲਣਾ, ਤੁਹਾਡੇ ਜਿਹੜੇ ਬਚਨ ਨੇ, ਜਦੋਂ ਤੁਸੀਂ ਬੋਲਦੇ ਹੋ ਅੰਮ੍ਰਿਤ ਦੇ ਚਸ਼ਮੇ ਚੱਲ ਪੈਂਦੇ ਨੇ, ਅੰਮ੍ਰਿਤ ਦੇ ਫੁਹਾਰੇ ਚੱਲ ਪੈਂਦੇ ਨੇ। ਕੱਲ ਕਹੀਏ ਸੁੰਦਰ, ਢਾਲਣ ਕਹੀਏ ਢਾਲਣਾ, ਰੀਤੀ ਢਲ ਜਾਣਾ, ਤੁਰ ਪੈਣਾ, ਢਲ ਕੇ ਪਾਣੀ ਬਰਫ਼ ਤੁਰ ਨਹੀਂ ਪੈਂਦੀ। ਤੁਹਾਡਾ ਜਦੋਂ ਬਚਨ ਮੂੰਹ ਤੋਂ ਨਿਕਲਦੇ ਨੇ ਐਸੇ ਸੁੰਦਰ ਨੇ ਕਿ ਅੰਮ੍ਰਿਤ ਰੂਪੀ ਚਸ਼ਮੇ। ਬੋਲੀ ਦੀ ਉਹ ਗੱਲ ਹੈ ਗੁਰਸਿੱਖ ਪਿਆਰਿਓ, ਬੋਲੀ ਕਾਜ ਵਿਗਾੜਿਆ ਜਿਉ ਮੁੱਲੀ ਪੱਤਾ। ਇਹ ਜਿਹੜੇ ਬੋਲ ਨੇ ਸਾਡੇ ਥਾਂ ਪਰ ਥਾਂ ਸਾਨੂੰ ਸਮਝਾਇਆ, ਮਿੱਠਾ ਬੋਲ ਬੋਲੋ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਫਿੱਕਾ ਮੂਰਖ ਆਖੀਏ ਮਹਾਰਾਜ ਕਹਿੰਦੇ। ਤਾਂ ਸਾਨੂੰ ਬੋਲਣ ਵਾਸਤੇ ਬਚਨ ਕੀਤੇ ਨੇ, ਸਰਬ ਬੋਲਣ ਕੇ ਮਾਹੇ ਵਿਚਾਰ। ਪੰਡਤ ਤਾਰਾ ਸਿੰਘ ਜੀ ਬਚਨ ਕਰਦੇ ਨੇ, ਗੁਰਸਿੱਖ ਪਿਆਰਿਓ ਬੋਲੀ ਨਾਲ ਹੀ ਪ੍ਰੇਮ ਪਿਆਰ ਪੈ ਜਾਂਦੇ ਨੇ, ਬੋਲੀ ਨਾਲ ਹੀ ਰਿਸ਼ਤੇ ਟੁੱਟ ਜਾਂਦੇ ਨੇ ਗੁਰਸਿੱਖ ਪਿਆਰੇ। ਸੋ ਗੁਰੂ ਅੰਗਦ ਦੇਵ ਮਹਾਰਾਜ ਤੁਹਾਡੇ ਕਹੇ ਦੇ ਬਚਨ ਨੇ। ਤੁਹਾਡੀ ਕਹਿਣੀ ਕਿਹੋ ਜੀ ਹੈ ਜੋ ਸਿੱਖਾਂ ਨੂੰ ਰਹਿਣੀ ਬਹਿਣੀ ਕਹਿਣੀ ਸਹਿਣੀ ਚੀਜ਼ਾਂ ਦਿੱਤੀਆਂ ਨੇ। ਉਹ ਸਮਝੋ ਜਦੋਂ ਤੁਸੀਂ ਸ਼ਬਦ ਬੋਲਦੇ ਹੋ ਅੰਮ੍ਰਿਤ ਦੇ ਹੀ ਫੁਹਾਰੇ ਚੱਲਦੇ ਨੇ, ਅੰਮ੍ਰਿਤ ਦੀਆਂ ਨਦੀਆਂ ਚੱਲ ਪੈਂਦੀਆਂ ਹਨ। ਸਤਿਗੁਰੂ ਕਲ ਸਤਿਗੁਰ ਤਿਲਕ, ਸਤਿਗੁਰ ਕਲ ਸਤਿਗੁਰ। ਇੱਕ ਵਾਰ ਪਾਠ ਆਇਆ ਸਤਿਗੁਰੂ ਤੇ ਗੱਭੇ ਆਇਆ ਕਲ। ਕਲ ਇੱਥੇ ਭਾਈ ਇਸ ਭੱਟ ਦਾ ਨਾਮ ਹੈ। ਕਲ ਦੀ ਹੁਣ ਬਾਣੀ ਉਚਾਰੇ ਨੇ, ਕਲ ਇੱਥੇ ਨਾਮ ਹੈ, ਨਾਮ ਆ ਗਿਆ ਉਹਦਾ ਉਚਾਰਨ ਵਾਲੇ ਦਾ। ਸਤਿਗੁਰੂ ਕਲ ਸਤਿਗੁਰ ਤਿਲਕ। ਇੱਕ ਵਾਰ ਸਤਿਗੁਰੂ ਵਰਤਿਆ ਤੇ ਇੱਕ ਵਾਰ ਸਤਿਗੁਰ ਵਰਤਿਆ। ਸਤਿਗੁਰੂ ਸੰਬੋਧਕ ਸ਼ਬਦ ਹੈ ਜੋ ਗੁਰੂ ਅੰਗਦ ਦੇਵ ਜੀ ਦੇ ਬਾਬਤ ਵਰਤ ਰਹੇ ਨੇ। हे ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਹਾਨੂੰ ਸਤਿਗੁਰ ਕਹੀਏ। ਗੁਰੂ ਨਾਨਕ ਦੇਵ ਜੀ ਨੇ ਤਿਲਕ ਦਿੱਤਾ, ਗੁਰਗੱਦੀ ਦਿੱਤੀ। ਕੱਲ ਕਬਜੀ ਕਹਿੰਦੇ ਹਨ ਸਤਿਗੁਰ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਹਾਨੂੰ ਸਤਿਗੁਰ ਗੁਰੂ ਨਾਨਕ ਦੇਵ ਜੀ ਨੇ ਆਪ ਤਖਤ ਤੇ ਬਿਰਾਜਮਾਨ ਕੀਤਾ। ਸਤ ਲਾਗੈ ਸੋ ਭੈ ਤਰੈ। ਤੇ ਹੁਣ ਇੱਕ ਤੀਜੀ ਵਾਰ ਕੱਲਾ ਸਤ ਵਰਤਿਆ। ਵੇਖੋ ਕੈਸੀ ਕਾਵਿ ਰਚਨਾ ਬਾਣੀ ਦੀ। ਪਹਿਲਾ ਸਤ ਗੁਰੂ, ਫੇਰ ਸਤ ਦੇ ਨਾਲ ਗੁਰ, ਤੇ ਹੁਣ ਕੱਲਾ ਸਤ। ਪਹਿਲਾਂ ਇੱਕ ਔਖਾ ਤੇ ਪਿੱਛੋਂ ਫਿਰ ਦੋ ਅੱਖਰ ਹਟਾ ਦਿੱਤੇ। ਸਤ ਗੁਰੂ ਕਲ ਸਤਗੁਰ ਤਿਲਕ ਸਤ ਲਾਗੈ। ਹੁਣ ਕੱਲਾ ਸਤ ਆ ਗਿਆ। ਇੱਥੇ ਭਰੋਸਾ ਸੱਚੇ ਹਿਰਦੇ ਨਾਲ ਸੱਚੇ ਮਨ ਨਾਲ ਪੈ ਕਹੀਏ ਪੈਰ ਚਰਨ। ਸਤ ਲਾਗੈ ਸੋ ਪੈ ਤਰੇ।
हे गुरु नानक पातशाह सतगुर दे बख्शे होए गुरु अंगद देव महाराज, तुसी राजगद्दी ते गुरगद्दी ते बैठ गए हो। हुण जेड़ा भी सच्चे मन नाल शरधा नाल तुहाडे चरनां ते आ गिरेगा, बस वो तरे जावेगा। आखो सत सत लागे सो पै तरे। हुण सत लागे सो पै तरे, ये अर्थ कर लो। हे गुरु अंगद देव पातशाह जी, सच है, ਇਹਦੇ ਵਿੱਚ ਕੋਈ ਝੂਠ ਨਹੀਂ, ਇਹਦੇ ਵਿੱਚ ਕਿਸੇ ਨੇ ਸ਼ੰਕਾ ਨਹੀਂ ਕਰਨੀ। ਜਿਹੜਾ ਵੀ ਤੁਹਾਡੇ ਚਰਨਾਂ ਨਾਲ ਲੱਗੇਗਾ ਉਹ ਮੁਕਤ ਹੋਏ ਜਾਵੇਗਾ। ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਆਪ ਤਿਲਕ ਦੇ ਕੇ ਥਾਪ ਦਿੱਤਾ ਹੈ। ਉਹ ਤੁਸੀਂ ਜਿਨ੍ਹਾਂ ਦੇ ਲੱਗਣ ਦੀ ਤਾਂ ਗੱਲ, ਮਨੁੱਖਾਂ ਦੀ ਤਾਂ ਗੱਲ ਛੱਡੋ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਣ ਪਾਰ ਉਤਾਰੇ। ਜਿਹੜਾ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਉਹਦੇ ਬਚਨਾਂ ਨਾਲ ਜੁੜ ਗਿਆ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਕੱਲ ਭੱਟ ਜੀ ਕਹਿੰਦੇ ਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਤੁਹਾਨੂੰ ਸਤਿਗੁਰ ਗੁਰੂ ਨਾਨਕ ਦੇਵ ਜੀ ਨੇ ਤਿਲਕ ਗੱਦੀ ਦਾ ਦੇ ਕੇ ਆਪਣਾ ਰੂਪ ਦੇ ਦਿੱਤਾ। ਹੁਣ ਸੱਚ ਹੈ, ਭਰੋਸਾ ਰੱਖੋ, ਨਿਸ਼ਚਾ ਰੱਖੋ। ਜਿਹੜਾ ਵੀ ਤੁਹਾਡੇ ਚਰਨਾਂ ਨਾਲ ਜੁੜੇਗਾ, ਸਤ ਲਾਗੇ ਸੋ ਪੈ ਤਰੇ, ਉਹ ਸੰਸਾਰ ਸਮੁੰਦਰ ਨੂੰ ਤਰ ਜਾਵੇਗਾ। ਗੁਰ ਜਗਤ ਫਿਰਨ ਸਿਆ ਅੰਗਰੋ ਅੰਗਰੋ ਰਾਜ ਜੋਗ ਲੈਣਾ ਕਰ। ਗੁਰ ਜਗਤ ਫੇਰਨ ਸੀਹੀ ਅੰਗਰੋ। ਦੇਖੋ ਕੈਸੇ ਸ਼ਬਦ ਨੇ, ਕਿਦੇ ਕਿ ਵਿਦਵਾਨ ਹੋਣਗੇ ਗੁਰਸਿੱਖ ਪਿਆਰਿਓ। ਗੁਰੂ ਦੀ ਬਖਸ਼ਿਸ਼ ਜੋ ਹੋ ਗਈ, ਜਿੱਥੇ ਬਖਸ਼ਿਸ਼ ਹੋ ਗਈ ਉੱਥੇ ਗੂੰਗਿਆਂ ਤੋਂ ਗਿਆਨ ਕਰਾ ਦਿੰਦੇ ਨੇ। ਉਹ ਤਾਂ ਫੇਰ ਵੀ 4 ਵੇਦਾਂ ਦੇ ਬਖਤੇ ਸੀ, ਖੜ ਸ਼ਾਸਤਰਾਂ ਦੇ ਗਿਆਤਾ ਸਨ। ਉਹ ਤਾਂ ਗੂੰਗੇ ਤੋਂ ਗਿਆਨ ਕਰਦੇ ਨੇ। ਪੰਡਤ ਤੇ ਮੁਗਧਾਰੀ ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ ਖਲ ਮੂਰਖ, ਖਲ ਗਧਾ, ਗਧੇ ਵਰਗਾ ਮੂਰਖ, ਖਲ ਮੂਰਖ। ਇੰਨਾ ਚੰਮ ਤੋਂ ਬਿਨਾ ਪਤਾ ਹੀ ਨਾ ਹੋਵੇ। ਖਲ ਮੂਰਖ, ਵੱਡਾ ਮੂਰਖ। ਜੇ ਗੁਰੂ ਦੀ ਕਿਰਪਾ ਹੋ ਜਾਵੇ, ਖਲ ਮੂਰਖ ਤੋਂ ਪੰਡਤ ਬਣਾ ਦੇਣ। ਤੇ ਪੰਡਤ ਤੇ ਮੁਗਧਾਰੀ, ਤੇ ਪੰਡਤ ਤੋਂ ਮੁਗਧ ਬਣਾ ਦੇਣ। ਅਗਿਆਨੀ ਅੱਖਰ ਵੀ ਨਾ ਜਾਣ ਸਕੇ, ਬਾਣੀ ਦੀਆਂ ਤੁਕਾਂ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਤੁਹਾਡੇ ਸਾਹਮਣੇ ਹੋਇਆ ਨਾ ਪੰਜੋਖਰਾ ਸਾਹਿਬ, ਕਦੇ ਅੰਬਾਲੇ ਕੋ ਜਾ ਕੇ ਦਰਸ਼ਨ ਕਰਿਓ। ਅੰਬਾਲੇ ਸ਼ਹਿਰ ਤੋਂ ਜਿਹੜੀ ਚੰਡੀਗੜ੍ਹ ਨੂੰ ਸੜਕ ਜਾਂਦੀ ਹੈ, ਬਲਦੇਵ ਕੈਂਪ, ਉੱਥੇ ਥੋੜਾ ਜਿਹਾ ਕਸਬਾ ਹੈ, ਉਥੋਂ 2 ਹੋ ਜਾਂਦੀਆਂ। ਉੱਥੇ ਥੋੜਾ ਜਿਹਾ ਕਸਬਾ ਹੈ, ਉਥੋਂ 2 ਹੋ ਜਾਂਦੀਆਂ ਨੇ। ਇੱਕ ਹਰਿਆਣੇ ਨੂੰ ਚਲੀ ਜਾਂਦੀ ਹੈ ਰਾਏਪੁਰ ਰਾਣੀ ਨੂੰ, ਇੱਕ ਚੰਡੀਗੜ੍ਹ ਨੂੰ ਚਲੀ ਜਾਂਦੀ ਹੈ। ਜਿਹੜੀ ਰਾਏਪੁਰ ਰਾਣੀ ਨੂੰ ਸੜਕ ਜਾਂਦੀ ਹੈ ਅੰਬਾਲੇ ਤੋਂ, ਉਹਦੇ ਉੱਤੇ ਅਸਥਾਨ ਹੈ ਪੰਜੋਖਰਾ ਸਾਹਿਬ। ਪੰਜੋਖਰਾ ਪਿੰਡ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਉੱਥੇ ਜਾਣ ਕਰਕੇ ਉਹ ਸਾਹਿਬ ਬਣ ਗਿਆ। ਉਹਦਾ ਨਾਮ ਪੰਜੋਖਰਾ ਸਾਹਿਬ। 5-6 ਮੀਲ ਹੈ ਸਾਰਾ ਹੀ ਅੰਬਾਲੇ ਤੋਂ। ਤਾਂ ਗੁਰਸਿੱਖ ਪਿਆਰੇ, ਉੱਥੇ ਮਹਾਰਾਜ ਨੇ ਤੋਕਾਂ ਸਾਬਤ ਕਰ ਦਿੱਤੀਆਂ। ਮਾਨਸੀ ਉੱਥੋਂ ਦੇ ਬਾਬਾ ਲਾਲ ਚੰਦ ਪੰਡਤ ਬਹੁਤ ਪੜ੍ਹਿਆ ਹੋਇਆ ਗੁਰਸਿੱਖ ਪਿਆਰਿਓ, ਬਹੁਤ ਪੜ੍ਹਿਆ ਹੋਇਆ ਸੀ। ਉਹਨੂੰ ਮਾਨਸੀ ਗੀਤਾ ਮੇਰੇ ਯਾਦ ਹੈ, ਮੇਰੇ ਵਰਗੇ ਕੋਈ ਅਰਥ ਨਹੀਂ ਕਰ ਸਕਦਾ। ਤੇ ਸਤਿਗੁਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਉੱਥੇ ਆਸਣ ਲੱਗਿਆ ਹੋਇਆ ਸੀ। ਆ ਰਹੇ ਸੀ ਦਿੱਲੀ ਨੂੰ, ਜਦੋਂ ਮੰਜ਼ਿਲਾਂ ਕਰਦੇ ਕਰਦੇ ਉਦੋਂ ਗਏ ਨੇ ਉੱਥੇ। ਉਹਨੇ ਨਾਂ ਸੁਣਿਆ, ਹਰਕ੍ਰਿਸ਼ਨ ਸਾਹਿਬ ਆਏ ਨੇ। ਤੁਹਾਨੂੰ ਬੇਨਤੀ ਹੈ, ਕ੍ਰਿਸ਼ਨ ਪਾਠ ਨਹੀਂ ਕਰਨਾ ਕਦੇ ਵੀ। ਸ੍ਰੀ ਹਰਿ ਕ੍ਰਿਸ਼ਨ, ਕੱਕੇ ਦੇ ਪੈਰ ਵਿੱਚ ਰਾਰਾ ਲਾਉਣਾ। ਕ੍ਰਿਸ਼ਨ ਸ਼ਬਦ ਹੋਰ ਹੁੰਦਾ ਹੈ, ਕ੍ਰਿਸ਼ਨ ਸ਼ਬਦ ਹੋਰ ਹੈ। ਹੁਣ ਇੱਥੇ ਸਮਾਂ ਨਹੀਂ ਕਿ ਕ੍ਰਿਸ਼ਨ ਦੇ ਅਰਥ ਕਰੀਏ, ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਕ੍ਰਿਸ਼ਨ ਨਹੀਂ ਕਹਿਣਾ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ, ਕੱਕਾ ਰਾਰਾ ਬੋਲਣਾ, ਹਰਿ ਕ੍ਰਿਸ਼ਨ ਸਾਹਿਬ। ਤੇ ਉਸ ਪੰਡਤ ਨੇ ਗੁਰਸਿੱਖ ਪਿਆਰਿਓ ਮਾਣ ਕੀਤਾ ਕਿ ਨੌ ਰਖਾਈ ਫਿਰਦਾ, 8 ਸਾਲ ਦਾ ਮੁੰਡਾ ਹੈ। 8 ਸਾਲ ਦੀ ਉਮਰ ਸੀ ਉਦੋਂ ਮਹਾਰਾਜ ਦੀ ਸਾਰੀ। ਇਹ ਹਰਕ੍ਰਿਸ਼ਨ ਨੌ ਰਖਾਈ ਫਿਰਦਾ। ਹਰ ਵਿਸ਼ਨੂੰ ਕ੍ਰਿਸ਼ਨ ਨੂੰ ਮੰਨਦੇ ਨੇ, ਦੁਆਪਰ ਦੇ ਅਵਤਾਰਾਂ ਨੂੰ। ਬੜੇ ਮਾਣ ਨਾਲ ਗਿਆ, ਕਹਿੰਦਾ ਜੇ ਤੁਸੀਂ ਨੌ ਰਖਾਏ ਕ੍ਰਿਸ਼ਨ ਮਹਾਰਾਜ ਦੀ ਤਾਂ ਗੀਤਾ ਉਚਾਰੀ ਹੋਈ ਹੈ, ਤੁਸੀਂ ਅਰਥ ਕਰਕੇ ਸੁਣਾਓ। ਕ੍ਰਿਸ਼ਨ ਮਹਾਰਾਜ ਦਾ ਨੌ ਰਖਾਇਆ ਤੁਸੀਂ। ਨੌ ਰਖਾਉਣ ਦਾ ਰਿਵਾਜ ਵੀ ਚੰਗਾ ਚੱਲਿਆ ਪਿਆ ਹੁਣ ਗੁਰਸਿੱਖ ਪਿਆਰਿਓ। ਮੇਰੇ ਵਰਗਾ ਚਾਹੇ ਰਾੜੇ ਸਾਹਿਬ ਦੀ ਨਹਿਰ ਨੂੰ ਨਾ ਲੰਘਿਆ ਹੋਵੇ, ਚੋਲਾ ਪਾ ਕੇ ਉਹ ਵੀ ਇੱਥੇ ਆ ਕੇ ਕਹਿੰਦਾ ਮੈਂ ਰਾੜੇ ਵਾਲਾ ਹੈ। ਅੱਜ ਖੇ ਆਖੋ ਸਤਨਾਮ। ਭਿੰਡਰਾਂ ਦਾ ਚਾਹੇ ਮੂੰਹ ਨਾ ਦੇਖਿਆ ਹੋਵੇ, ਉਹ ਭਿੰਡਰ ਵਾਲੇ ਬਣੇ ਫਿਰਦੇ ਨੇ। ਕਲੇਰਾ ਚਾਹੇ ਕਿਸੇ ਨੇ ਪਿੰਡ ਵੀ ਨਹੀਂ ਦੇਖਿਆ, ਉਹ ਕਹਿਣਗੇ ਅਸੀਂ ਸਾਡੀ ਸੰਪਰਦਾ ਕਲੇਰਾ ਵਾਲੀ ਹੈ। ਬਸ ਇਹ ਜੇ ਨੌ ਰਖਾਉਣ ਦੇ ਸਾਨੂੰ ਇੱਥੇ ਤੱਕ ਕਦੇ ਵੇਖਿਆ ਤੁਸੀਂ? ਇੱਥੇ ਜਿਹੜੀ ਗੁਰਮੁਖ ਪਿਆਰੇ ਉਹ ਟੋਇਟਾ ਗੱਡੀ ਹੈ, ਉਹ ਕਿਤੇ ਨਿਸ਼ਾਨ ਦਾ ਨਿਸ਼ਾਨ ਲਾਉਂਦੇ, ਨੌ ਲਾਉਂਦੀ ਦੇਖੀ ਹੈ ਵੀ ਮੇਰੇ ਕੋਲ ਨਿਸ਼ਾਨ ਬੋਰਡ ਲੱਗੇ।
कदे भी नहीं। जिस शेवरलेट कदे टोयोटा दी नहीं लाऊगी। ये साडियां गड्डियां ਜਿਹੜੀਆਂ ਹੋਰੇ ਕੰਪਨੀਆਂ ਦਾ ਲਾਈ ਫਿਰਦੀਆਂ ਰਾਜ ਖੋ ਸਤਨਾਮ, ਕੋਈ ਪੁੱਛਦਾ ਹੀ ਨਹੀਂ ਵੀ ਕਿਹੜੀ ਕੰਪਨੀ ਤੂੰ ਬਣਿਆ ਤੇ ਇੱਥੇ ਗਿਆ ਵੀ ਹੈ ਕਿ ਨਹੀਂ। ਇਹੀ ਭੁਲੇਖਾ ਉਸ ਪੰਡਿਤ ਨੂੰ ਪੈ ਗਿਆ, ਬਹੁਤ ਮਹਾਨ ਪੰਡਿਤ ਪੰਜੋਖਰੇ ਦਾ। ਉਹ ਕਹਿੰਦਾ ਹਰਿਕ੍ਰਿਸ਼ਨ ਨੌ ਰਖਾਇਆ, ਇਹ ਤਾਂ ਦੁਆਪਰ ਯੁੱਗ ਦੇ ਅਵਤਾਰ ਹੋਏ ਨੇ। ਤੇ ਕੋਲ ਆ ਕੇ ਕਹਿੰਦਾ ਜੇ ਤੂੰ ਨੌ ਰਖਾਇਆ ਤੇ ਫੇਰ ਮੈਨੂੰ ਗੀਤਾ ਦੇ ਅਰਥ ਕਰਕੇ ਸੁਣ। ਧੰਨ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਛੇਤੀ ਛੇਤੀ ਮਾਣ ਨਹੀਂ ਤੋੜਨਾ। ਕਹਿੰਦੇ ਏਦਾਂ ਕਰ ਭਾਈ, ਅਸੀਂ ਤਾਂ ਜਾਣਦੇ ਨਹੀਂ, ਅਸੀਂ ਤਾਂ ਅਨਪੜ੍ਹ। ਦੇਖੋ ਨਿਮਰਤਾ, ਅਸੀਂ ਤਾਂ ਛੋਟੀ ਜੀ ਉਮਰ, ਅਸੀਂ ਗੀਤਾ ਕਿੱਥੇ ਪੜ੍ਹੀਏ, ਪਰ ਤੇਰੀ ਉਮਰ ਲੰਘੀ। ਏਦਾਂ ਕਰ, ਤੇਰੇ ਪਿੰਡ 'ਚ ਜਿਹੜਾ ਕੋਈ ਮਹਾਮੂਰਖ ਬੰਦਾ ਹੈ, ਇੱਕ ਊੜਾ ਆੜਾ ਵੀ ਨਹੀਂ ਪੜਿਆ, ਉਹਨੂੰ ਲਿਆ ਬੁਲਾ ਕੇ, ਉਹ ਤੋਂ ਅਰਥ ਸੁਣਾਵਾਂਗੇ ਤੈਨੂੰ ਗੀਤਾ ਦੇ। ਤਾਂ ਉੱਠ ਕੇ ਆਖ ਚੱਲ ਪਿਆ ਕਿ ਤਾਂ ਮੇਰੀ ਜਿੱਤ ਹੋਈ ਹੋ ਪਈ ਹੈ। ਮੂਰਖ ਬੰਦਾ ਕਿੱਥੇ ਕਥਾ ਕਰ ਦੂ ਗੀਤਾ ਦੀ। ਐਨੇ ਨੂੰ ਝੀਵਰ ਸ਼੍ਰੇਣੀ ਦਾ ਬੰਦਾ ਉਹ ਆ ਰਿਹਾ ਸੀ। ਗੁਰਮੁਖ ਪਿਆਰਿਓ, ਘਾਹ ਦੀ ਪੰਡ ਚੱਕੀ ਤੇ ਗੁਰਸਿੱਖ ਪਿਆਰੇ ਉਹਨੂੰ ਬਾਂਹ ਤੇ ਫੜ ਲਿਆ। ਪੰਡਤ ਸੀ ਪਿੰਡ ਵਿੱਚ, ਸਾਰੇ ਉਹਦੀ ਮੰਨਦੇ ਸਨ। ਲਿਆ ਕੇ ਬਿਠਾਤਾ, ਲਓ ਕਰਾਓ ਜੀ। ਉਹ ਸੀ ਗੂੰਗਾ, ਬਹਿਰਾ, ਬੋਲ ਨਹੀਂ ਸੀ ਸਕਦਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਤਿਹਾਸ ਵਿੱਚ ਤੁਸੀਂ ਸੁਣਿਆ ਕਿ ਛਟੀ ਰੱਖੀ ਸਿਰ ਪਰ ਛਟੀ ਰੱਖਣ ਦਾ ਭਾਵ ਕੀ ਹੈ? ਅਸੀਂ ਤਾਂ ਛਟੀਆਂ ਚੱਕਤੀਆਂ ਗੁਰੂ ਦੀਆਂ, ਨਿਆਣਿਆਂ ਨੇ ਮਾਂ ਬਾਪ ਦੀਆਂ ਚੱਕਤੀਆਂ ਤੇ ਸਿੱਖਾਂ ਨੇ ਗੁਰੂ ਦੀਆਂ ਚੱਕਤੀਆਂ। ਆਖੋ ਸਤਨਾਮ। ਗੱਲ ਤਾਂ ਵਿੱਚੋਂ ਭਾਵ ਲਓ। ਗੁਰੂ ਦੀ ਛਟੀ, ਗੁਰੂ ਦਾ ਹੁਕਮ, ਗੁਰੂ ਦਾ ਭੈ ਸਿਰ ਪਰ ਹੋਵੇ, ਬਸ ਫਿਰ ਤਾਂ ਹੀ ਕੰਮ ਚੱਲਦਾ। ਅੰਕਸ਼, ਹਾਥੀ ਕਿੱਡਾ ਤਾਕਤਵਰ ਹੈ, ਇੱਕੋ ਦੇ ਸਿਰ ਪਰ ਅੰਕਸ਼ ਹੈ, ਜਿਹੜਾ ਦੇਖ ਲੋ ਕਿਵੇਂ ਸੇਵਾ ਕਰਦਾ ਫਿਰਦਾ ਤੁਹਾਡੀ। 10,000 ਬੰਦੇ ਦਾ ਹਾਥੀ ਵਿੱਚ ਸ਼ਕਤੀ ਲਿਖਿਆ ਤੇ ਬੰਦੇ ਮੂਹਰੇ ਨੱਚਦਾ ਫਿਰਦਾ ਸਰਕਸਾਂ 'ਚ। ਨੇਪਾਲ 'ਚ ਜਾਓ, ਸਾਮ ਵਿੱਚ ਜਾਓ, ਉੱਥੇ ਲੱਕੜਾ ਢੋਂਦਾ ਫਿਰਦਾ ਵਿਚਾਰਾ ਜੰਗਲਾਂ 'ਚ। ਕਿਉਂ ਫਿਰਦਾ? ਹਸਤੀ ਸਿਵ ਜੋ ਅੰਕਸ ਹੈ, ਆਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਭੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸ੍ਰੇਸ਼ਟ ਕਾਲੇ। ਨਾਨਕ ਹਸਤੀ ਕੁੰਡੇ ਬਾਹਰ, ਜਿਸ ਹਸਤੀ ਦੇ ਸਿਰ ਪਰ ਅੰਕਸ਼ ਨਹੀਂ ਹੈ ਉਹ ਤਾਂ ਬਸ ਮਾਰੂਗਾ ਹੀ। ਜਿਹੜਾ ਆ ਗਿਆ ਖਤਮ ਕਰ ਦੂ, ਪਾੜ ਦੂ, ਲੀਰਾਂ ਕਰ ਦੂ ਉਹਦੀਆਂ। ਦਰਖਤ ਢਾ ਦੂ, ਕੋਠੇ ਢਾ ਦੂਗਾ, ਦਰਖਤ ਪੜ ਦੂਗਾ। ਪਰ ਜੇ ਉਹਦੇ ਸਿਰ ਪਰ ਅੰਕਸ਼ ਹੋਵੇ ਫਿਰ ਉਹ ਸੇਵਾ ਕਰਦਾ ਹੈ, ਫਿਰ ਸੁਖ ਦਿੰਦਾ ਹੈ ਲੋਕਾਂ ਨੂੰ। ਜੇ ਅੰਕਸ਼ ਚੱਕ ਦੋ ਫਿਰ ਦੁੱਖ ਦਿੰਦਾ ਹੈ। ਗੁਰਸਿੱਖ ਪਿਆਰਿਓ, ਆਹੀ ਹਾਲ ਸਾਡਾ। ਬੱਚੇ ਬੱਚੀਆਂ ਨੂੰ ਵੀ ਮਾਤਾ ਪਿਤਾ ਦਾ ਅੰਕਸ਼ ਹੁਕਮ ਭੈ ਸਿਰ ਪਰ ਰੱਖਣਾ ਚਾਹੀਦਾ। ਸਾਨੂੰ ਗੁਰਸਿੱਖਾਂ ਨੂੰ, ਮਾਈ ਭਾਈ ਨੂੰ ਗੁਰੂ ਦਾ ਅੰਕਸ਼, ਗੁਰੂ ਦਾ ਕੁੰਡਾ ਉਹ ਸਾਡੇ ਸਿਰ ਪਰ ਹੋਵੇ। ਉਹੀ ਹਰਿਕ੍ਰਿਸ਼ਨ ਸਾਹਿਬ ਜੀ ਨੇ ਛਟੀ ਰੱਖੀ। ਬਸ ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਦਾਰੀ। ਤੇ ਜਦੋਂ ਗੀਤਾ ਦਾ ਸ਼ਲੋਕ ਬੋਲਿਆ ਪੰਡਤ ਜੀ ਨੇ, ਉਹ ਝੀਵਰ ਵਿਚਾਰਾ ਗੂੰਗਾ ਉਦੋਂ ਹੀ ਕਹਿੰਦਾ ਜੀ ਅਰਥ ਬਾਅਦ ਵਿੱਚ ਕਰੂੰਗਾ ਪੰਡਤ ਜੀ, ਪਹਿਲਾ ਸੁਧ ਪੜ ਕੇ ਸੁਣਾਓ। ਅੱਜ ਆਖੋ ਸਤਨਾਮ, ਤੂੰ ਤਾਂ ਪੜਦਾ ਹੀ ਗਲਤ ਹੈ ਤੇ ਮੈਂ ਅਰਥ ਕਿੱਥੋਂ ਕਰਾਂ? ਇਹ ਸ਼ਲੋਕ ਤੈਨੂੰ ਸੁਧ ਉਚਾਰਨਾ ਹੀ ਨਹੀਂ ਆਇਆ। ਇੱਥੇ ਇੱਕ ਹਿਸਟੋਰੀਕਲ ਪੁਆਇੰਟ ਹੈ ਤੁਹਾਡੇ ਯਾਦ ਰੱਖਣ ਵਾਲਾ। ਉਹ ਪੰਜੋਖਰੇ ਪਿੰਡ ਦਾ ਜਿਹੜਾ ਝੀਵਰ ਸਿੰਘ ਸੀ, ਜਿਹਨੂੰ ਗੂੰਗੇ ਤੋਂ ਗਿਆਨ ਕਰਾਇਆ ਹਰਿਕ੍ਰਿਸ਼ਨ ਸਾਹਿਬ ਜੀ ਨੇ, ਉਹਦਾ ਪੁੱਤ ਹੀ ਫਿਰ ਪੰਜਵਾਂ ਪਿਆਰਾ ਬਣਿਆ। ਅੱਜ ਆਖੋ ਸਤਨਾਮ। ਉਸੇ ਦੇ ਘਰ ਜੰਮਿਆ ਸੀ ਜਿਹੜਾ ਪੰਜਵਾਂ ਪਿਆਰਾ ਗੁਰੂ ਗੋਬਿੰਦ ਸਿੰਘ ਦਾ ਬਣਿਆ। ਝੀਵਰ ਪ੍ਰੇਮੀਆਂ ਦੀ ਸ਼੍ਰੇਣੀ ਵਿੱਚੋਂ ਉਹਦੀ ਕੁਲ ਸੀ ਪੰਜੋਖਰੇ ਸਾਹਿਬ ਵਾਲੇ, ਜਿਨ੍ਹਾਂ ਦਾ ਗੀਤਾ ਤੋਂ ਗਿਆਨ ਕਰਾਇਆ ਸੀ। ਬਹੁਤ ਲੰਮਾ ਇਤਿਹਾਸ ਹੈ। ਇੱਥੇ ਹੁਣ ਬਚਨ ਆਇਆ ਸਤਿਗੁਰੂ ਜੀ, ਤੁਹਾਡੇ ਜਿਹੜੇ ਬਚਨ ਹਨ ਫਿਰ ਪੜਿਓ ਜੀ ਤੁਕ। ਗੁਰ ਜਗਤ ਫਿਰਨ ਸੋ ਅੰਮ੍ਰਿਤ। ਹੁਣ ਉਹ ਬਚਨ ਗੁਰਸਿੱਖ ਪਿਆਰਿਓ, ਐਸੇ ਵਿਦਵਾਨ ਭੱਟ ਕੁੰਡੀ ਲੈਣੀ ਹੈ। ਗੁਰ ਜਗਤ, ਇਹਨੂੰ ਬਦਲ ਲੋ ਜਗਤ ਗੁਰੂ। ਗੁਰ ਜਗਤ ਕਹਿ ਲੋ, ਜਗਤ ਗੁਰੂ ਕਹਿ ਲੋ। ਹੇ ਜਗਤ ਗੁਰੂ, ਗੁਰੂ ਅੰਗਦ ਦੇ ਪਾਸ਼ਾ। ਹੁਣ ਨੌ ਦੇਖੋ ਕਿਵੇਂ ਲਿਖਿਆ, ਗੁਰ ਜਗਤ ਫਿਰਨ। ਫਿਰਨ ਤੋਂ ਕੀ ਅਰਥ ਲੈਣਾ? ਸ੍ਰੀ ਗੁਰੂ ਅੰਗਦ ਦੇਵ ਦੇ ਬਾਪੂ ਜੀ ਦਾ ਨਾਂ ਬਾਬਾ ਫੇਰੂ ਮੱਲ ਸੀ, ਉਹਨੂੰ ਫਿਰਨ ਲਿਖ ਰਹੇ ਨੇ। ਹੁਣ ਇੱਥੇ ਵੇਖੋ ਭਾਸ਼ਾ ਹੈ ਉਹਨਾਂ ਦੀ, ਵਿਦਵਾਨ ਸਨ। ਗੁਰ ਜਾਗਤ ਫਿਰਨ, ਫਿਰਨ ਕਹੀਏ ਫੇਰੂ ਮੱਲ, ਸ੍ਰੀ ਗੁਰੂ ਬਾਬਾ ਲਹਿਣਾ ਜੀ ਦੇ ਪਿਤਾ ਜੀ ਸੀ ਕਹੀਏ ਪੁੱਤਰ।
ਬਹੁਤ ਪਿਆਰ ਵਿੱਚ ਮਾਂ ਆ ਕੇ ਆਪਣੇ ਪੁੱਤ ਨੂੰ ਸ਼ੇਰ ਕਹਿੰਦੀ ਹੁੰਦੀ ਹੈ, ਅੱਜ ਖੇ ਆਖੋ ਸਰਨ ਮੇਰਾ ਸ਼ੇਰ ਪੁੱਤ। ਗੁਰ ਜਾਗਤ ਫਿਰਨ ਸੀ ਅੰਗਰੋਂ, ਅੰਗਰੋਂ ਕਹੀਏ ਗੁਰੂ ਅੰਗਦ ਦੇਵ ਮਹਾਰਾਜ। ਦੇਖੋ ਕੈਸਾ ਨਾਂ ਲਿਆਂਦਾ ਪਿਤਾ ਜੀ ਦਾ ਵਿੱਚ। हे ਬਾਬਾ ਫੇਰੂ ਮਲ ਜੀ ਦੇ ਪੁੱਤਰ ਗੁਰੂ ਅੰਗਦ ਦੇਵ ਮਹਾਰਾਜ, ਗੁਰ ਜਾਗਤ ਫਿਰਨ ਸੀ ਅੰਗਰੋਂ। हे ਬਾਬਾ ਫੇਰੂ ਮਲ ਜੀ ਦੇ ਪੁੱਤਰ ਹੈ ਬਾਬਾ ਲਹਿਣਾ ਜੀ ਸਾਹਿਬ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੱਦੀ ਦੇ ਦਿੱਤੀ ਤੇ ਬਣ ਕੀ ਗਏ ਹੋ ਤੁਸੀਂ ਗੁਰ ਜਾਗਤ ਫਿਰਨ ਸੀ ਅੰਗਰੋਂ। ਹਾਂਜੀ, ਰਾਜ ਜੋਗ ਲੈਣਾ ਕਰੇ। ਤੁਸੀਂ ਮੱਤੇ ਕੀ ਸਰਾਂ ਨਾਂਗੇ ਦੀ ਸਰਾਂ ਵਿੱਚ ਰਹਿਣ ਵਾਲੇ ਬਾਬਾ ਫੇਰੂ ਜੀ ਦੇ ਪੁੱਤ ਸੀ ਗੁਰੂ ਅੰਗਦ ਦੇਵ ਮਹਾਰਾਜ। ਤੁਹਾਡਾ ਨਾਂ ਲੈਣਾ ਸੀ, ਤੁਸੀਂ ਲੈਣਾ ਸੀ, ਪਰ ਰਾਜ ਜੋਗ ਤੁਹਾਨੂੰ ਗੁਰੂ ਨਾਨਕ ਨੇ ਗੱਦੀ ਬਖਸ਼ ਕੇ ਰਾਜੇ ਜੋਗੀ ਬਣਾ ਦਿੱਤਾ। ਰਾਜੇ ਜੋਗੀ ਬਹੁਤ ਘੱਟ ਹੁੰਦੇ ਆ, ਰਾਜੇ ਹੀ ਹੁੰਦੇ ਆ, ਜੋਗੀ ਉਹ ਹੁੰਦੇ ਆ। ਰਾਜੇ ਰਾਜ ਕਰਨ ਵਾਲੇ, ਜੋਗੀ ਜੰਗਲਾਂ ਵਿੱਚ ਘੁੰਮਣ ਵਾਲੇ, ਪਰ ਗੁਰਸਿੱਖ ਨੂੰ ਰਾਜ ਜੋਗ। ਤੂੰ ਜੱਗ ਛੱਡਣਾ ਵੀ ਨਹੀਂ ਤੇ ਜੱਗ ਦੇ ਨਾਲ ਜੁੜਨਾ ਵੀ ਨਹੀਂ ਹੈ। ਜੱਗ ਵਿੱਚ ਰਹਿੰਦੇ ਤੂੰ ਇਸ ਜੱਗ ਨੂੰ ਜੰਗਲ ਸਮਝਣਾ। ਭਿਆਨਕ ਜੰਗਲ, ਛੋਟਾ ਨਹੀਂ। ਜੈਤ ਸ੍ਰੀ ਦੀ ਵਾਰ ਪੜੋ, ਮਹਾ ਉਦਿਆਨ ਭਿਆਨ। ਇਹ ਜਿਹੜਾ ਜੱਗ ਹੈ ਛੋਟਾ ਜੰਗਲ ਨਹੀਂ, ਮਹਾਨ ਭਿਆਨਕ ਉਦਿਆਨ ਕਹੀਏ ਜੰਗਲ। ਪਰ ਆਪਾਂ ਕੀ ਮੰਨੀ ਬੈਠੇ ਆ, ਨਗਰ ਕਰ ਮੰਨੇ। ਆਪਾਂ ਇਹਨੂੰ ਵਸਦਾ ਨਗਰ ਮੰਨਦੇ। ਹੈ ਉਜਾੜ ਬੀਆਬਾਨ, ਹੈ ਜੰਗਲ ਭਿਆਨਕ, ਮਹਾ ਉਦਿਆਨ ਭਿਆਨ ਨਗਰ ਕਰ ਮੰਨਿਆ। ਝੂਠ ਸਮਗਰੀ ਪੇਖ ਸੱਚ ਕਰ ਜਾਣੇ। ਹੈ ਸਭ ਕੁਝ ਝੂਠ ਸਮਗਰੀ ਤੇ ਆਪਾਂ ਵੇਖ ਵੇਖ ਕੇ ਇਹਨੂੰ ਸੱਚ ਮੰਨੀ ਜਾਣੇ। ਹੇ ਬਾਬਾ ਲਹਿਣਾ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਪੁੱਤਰ ਹੋ ਬਾਬਾ ਫੇਰੂ ਮਲ ਜੀ ਦੇ, ਉਹਨਾਂ ਦੇ ਸੀ ਪੁੱਤਰ, ਤੇ ਤੁਹਾਨੂੰ ਗੱਦੀ ਦੇ ਦਿੱਤੀ ਸਤਿਗੁਰੂ ਨਾਨਕ ਦੇਵ ਜੀ ਨੇ। ਰਾਜੇ ਜੋਗੀ ਬਣ ਗਏ ਹੋ, ਗੱਦੀ ਤੇ ਬੈਠੇ ਹੋ, ਤਖਤ ਝੁੱਲ ਰਹੇ ਹੈ। 24 ਘੰਟੇ ਚਾਰੇ ਪਦਾਰਥ ਚਰਨਾਂ ਵਿੱਚ ਫਿਰਦੇ ਨੇ, ਲੰਗਰ ਚੱਲਦੇ ਨੇ, ਦੌਲਤ ਵੰਡਦੇ ਹੋ, ਪਰ ਰਹਿੰਦੇ ਕਿਵੇਂ ਹੋ? ਜੋਗੀਆਂ ਵਾਂਗ। ਇਸ ਵਿੱਚ ਸਾਡਾ ਕੁਝ ਵੀ ਨਹੀਂ ਹੈ। ਆਖੋ ਸਤਿ। ਨਾਲੇ ਰਾਜ ਤੇ ਬੈਠੇ ਹੋ, ਨਾਲੇ ਜੋ ਕਮਾ ਰਹੇ ਹੋ। ਸਦਾ ਅਕਲ ਲਿਵ ਰਹਾ ਕਾਰਨ ਸਿਉ ਇੱਛਾ ਚਾਰਾ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰਾ ਸਵਈਆ ਸ਼ੁਰੂ ਹੋ ਗਿਆ। ਕੱਲ ਭੱਟ ਸਾਹਿਬ ਜੀ ਦਾ ਸਦਾ ਅਕਲ, ਅਕਲ ਦੇ ਕੱਲ ਅਰਥ ਆਏ ਸੀ ਤੁਹਾਡੇ ਸਾਹਮਣੇ। ਅਕਾਲ ਕਲਪਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਜੋ ਕਾਲ ਕਲਾ ਤੋਂ ਰਹਿਤ ਵਾਹਿਗੁਰੂ, ਜਿਹਦੇ ਉੱਤੇ ਕੋਈ ਸਮੇਂ ਦਾ ਕੋਈ ਕਲਪਨਾ ਦਾ ਅਸਰ ਨਹੀਂ ਹੈ। ਅਕਾਲ ਜਿੱਥੇ ਪਾਠ ਆਵੇ ਕਲਪਨਾ ਤੋਂ ਰਹਿਤ, ਉਹ ਇੱਕ ਅਕਾਲ ਪੁਰਖ ਈਸ਼ਵਰ ਵਾਹਿਗੁਰੂ ਹੈ। ਤਿੰਨ ਦੇਵਤੇ ਵੀ ਕਲਪਨਾ ਵਿੱਚ ਹਨ। ਬ੍ਰਹਮਾ ਨੂੰ ਬਣਾਉਣ ਦੀ ਕਲਪਨਾ ਲੱਗੀ ਹੋਈ ਹੈ, ਸ਼ਿਵ ਜੀ ਨੂੰ ਵਿਚਾਰੇ ਨੂੰ ਮਾਰਨ ਦੀ ਕਲਪਨਾ ਲੱਗੀ ਹੋਈ ਹੈ, ਵਿਸ਼ਨੂੰ ਭਗਵਾਨ ਨੂੰ ਵਿਚਾਰੇ ਨੂੰ ਰੋਟੀ ਦੇਣ ਦੀ ਕਲਪਨਾ ਲੱਗੀ ਹੋਈ ਹੈ। ਕੋਈ ਬੂਟ ਪਿੱਛੇ ਰੋਂਦਾ, ਕੋਈ ਕਹਿੰਦਾ ਸਕੂਲ ਦੀ ਫੀਸ ਲੈਣੀ ਹੈ। ਉਹ ਤਾਂ ਖੰਡਾ ਬ੍ਰਹਮਣਾ ਨੂੰ ਕਿੰਨਾ ਕਲਬ। ਇਸੇ ਵਾਸਤੇ ਮਹਾਰਾਜ ਨੇ ਇੱਕ ਬਚਨ ਕੀਤਾ, ਤਿੰਨਾ ਖਾਤਰ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਵੇਖੋ ਕੈਸਾ ਬਚਨ ਕੀਤਾ। ਕਲਪਨਾ ਰੋਗ ਲੱਗੇ ਹੋਏ ਨੇ। ਕਿਸੇ ਨੂੰ ਰਜੋ ਗੁਣ ਦਾ ਬਣਾ ਦੇਵਾਂ, ਬਣਾਉਣਾ ਕਿਤੇ ਸਿਖਾਲਾ। ਛੋਟਾ ਜਿਹਾ ਕਮਰਾ ਬਣਾਉਣਾ ਹੋਵੇ ਕਿਤਨੀ ਕਲਪਨਾ ਪੈ ਜਾਂਦੀ ਹੈ। ਜਿਹੜਾ ਬ੍ਰਹਮੰਡ ਨੂੰ ਬਣਾ ਰਿਹਾ ਕਿੰਨੀ ਕਲਪਨਾ ਚ ਹੋਵੇਗਾ। ਫਿਰ ਸੰਭਾਲ, ਉਹ ਬਹੁਤ ਵੱਡੀ ਕਲਪਨਾ। ਫਿਰ ਉਹਦਾ ਨਾਸ਼ ਕਰਨੇ ਤਾਂ ਬਹੁਤ ਵੱਡੀ ਕਲਪਨਾ। ਕਿਸੇ ਨੂੰ ਮਾਰਨਾ ਕਿਤੇ ਸਿਖਾਲਾ, ਖਤਮ ਕਰਨਾ ਗੁਰਸਿੱਖ ਪਿਆਰੇ। ਇਸੇ ਕਰਕੇ ਮਹਾਰਾਜ ਬਚਨ ਕਰਦੇ ਨੇ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਜਿਨ ਕੀਤੇ ਤਿਸੇ ਨਾ ਜਾਣੇ ਬੱਪੜੇ। ਉਹਨਾਂ ਨੂੰ ਕਲਪਨਾ ਵਾਲਾ ਬੰਦਾ ਭੁੱਲ ਜਾਂਦਾ ਹੁੰਦਾ। ਤੁਹਾਡੇ ਹਿਰਦੇ ਵਿੱਚ ਕਲਪਨਾ ਪੈ ਗਈ ਨਾ, ਸਭ ਕੁਝ ਭੁੱਲ ਜਾਓਗੇ, ਉਹ ਬੈਠੇ ਕਲਪੀ ਹੋ ਜਾਓਗੇ। ਸਤਿਗੁਰ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜੋ ਅਕਾਲ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ, ਸਦਾ ਅਕਲ ਲਿਵ ਰਹਿ। ਇਹ ਗੁਰੂ ਅੰਗਦ ਦੇਵ ਜੀ, ਤੁਹਾਡੀ ਸੁਰਤੀ, ਤੁਹਾਡੀ ਵਿਰਤੀ 24 ਘੰਟੇ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਲੱਗੀ ਹੋਈ ਹੈ। ਕਰਨ ਸਿਉ ਇੱਛਾ ਚਾਰਾ। ਉਹ ਮਨ ਕਰਕੇ ਤਾਂ ਤੁਸੀਂ ਵਾਹਿਗੁਰੂ ਦੇ ਨਾਲ ਜੁੜੇ ਹੋਏ ਹੋ। ਕਰਨ ਸਿਉ ਇੱਛਾ ਚਾਰੈ। ਤੁਹਾਡਾ ਕਰਤੱਵ ਕੀ ਹੈ, ਤੁਹਾਡਾ ਕਰਨਾ ਕੀ ਹੈ। ਮਨ ਵਿੱਚ ਕਰਮ ਜੀ ਦਾ ਬਚਨ ਚੱਲ ਰਿਹਾ ਉੱਪਰੋਂ। ਮਨ ਕਰਕੇ ਤੁਹਾਡੀ ਬਿਰਤੀ ਅਕਾਲ ਕਲਪਨਾ ਤੋਂ ਰਹਿਤ ਪਰਮੇਸ਼ਰ ਵਿੱਚ ਜੁੜੀ ਹੋਈ ਹੈ। ਤੇ ਕਰਨ ਸਿਉ ਇੱਛਾਚਾਰ ਹੈ। ਇੱਛਾਚਾਰ ਕਹੀਏ ਇੱਛਾਚਾਰੀ।
ਸਵੈ ਇੱਛਾਚਾਰੀ ਜੋ ਮਰਜ਼ੀ ਕਰੇ, ਜਿਹਦੀ ਮਰਜ਼ੀ ਚੱਲੇ, ਜਿਹਦਾ ਇੱਛਾਚਾਰੀ ਕਹੀਏ, ਜੋ ਮਰਜ਼ੀ ਮਨ ਚਾਹੇ ਉਹੀ ਕਰ ਸਕਦਾ ਹੋਵੇ, ਉਹਨੂੰ ਇੱਛਾਚਾਰੀ ਕਹਿੰਦੇ। ਇੱਛਾਚਾਰ ਹੈ। ਤੇ ਤੁਹਾਡੀ ਬਿਰਤੀ ਅਕਾਲ ਪੁਰਖ ਨਾਲ ਜੁੜੀ ਹੋਣ ਕਰਕੇ ਤੁਸੀਂ ਕਰਦੇ ਕੀ ਹੋ? ਤੁਹਾਡੀ ਕਰਨੀ ਕੀ ਹੈ? ਕਰਤੱਵ ਕੀ ਹੈ? ਕਰਨ ਸਿਉ ਇੱਛਾਚਾਰ ਹੈ। ਤੁਹਾਡੀਆਂ ਜਿਹੜੀਆਂ 10 ਕਾਮ ਕ੍ਰੋਧ ਲੋਭ ਮੋਹ ਹੰਕਾਰ, 5 ਦੋਸ਼, 5 ਵਿਕਾਰ, 5 ਇੰਦਰੀਆਂ, ਇਹ ਤੁਹਾਡੇ ਵਸ ਵਿੱਚ ਨੇ, ਤੁਸੀਂ ਇਹਨਾਂ ਦੇ ਵਸ ਵਿੱਚ ਨਹੀਂ। ਜਿਵੇਂ ਤੁਸੀਂ ਚਾਹੁੰਦੇ ਹੋ ਇਹ ਉਦਾਂ ਚੱਲਦੀਆਂ ਨੇ। ਅੱਜ ਕਹੇ ਆਖੋ ਸਤਨਾਮ। ਤੁਹਾਡੀ ਕਰਨੀ ਵੇਖੋ ਹੁਣ ਗੁਰੂ ਅੰਗਦ ਦੇਵ ਜੀ ਦੀ। ਅਸੀਂ ਤਾਂ ਇਹਨਾਂ ਦੇ ਵਸ ਹੈ ਗੁਰਸਿੱਖ ਪਿਆਰਿਓ, ਪਰ ਕੋਈ ਵੇਲਾ ਹੁੰਦਾ ਇਹਨਾਂ ਨੂੰ ਵਸ ਕਰੇ। ਤੁਹਾਡੀ ਕਰਨੀ ਕੀ ਹੈ? ਇੱਛਾਚਾਰ ਹੈ। ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਇਹ ਚੱਲਦੀਆਂ ਨੇ। ਤੁਸੀਂ ਇੱਛਾਵਾਨ ਹੋ, ਇੱਛਾਧਾਰੀ ਹੋ, ਜਿਵੇਂ ਮਰਜ਼ੀ ਅੱਖਾਂ ਨੂੰ ਕਹੋ ਅੱਖਾਂ ਉਹੀ ਦੇਖਣਗੀਆਂ। ਸਾਡੇ ਵਸ ਵਿੱਚ ਨਹੀਂ। ਅੱਜ ਤੱਕ ਕਿੰਨਾ ਮਨ ਰੋਕ ਲਈਏ। ਜਦੋਂ ਖੰਡ ਪਾਠੀ ਪਾਠ ਕਰਦੇ ਮੈਂ ਰੌ ਤੇ ਬੈਠਦਾ, ਬਥੇਰਾ ਰੋਕਾਂਗੇ, ਪਰ ਫੇਰ ਵੀ ਮੱਥਾ ਟੇਕਣ ਵਾਲੇ ਨੂੰ ਦੇਖ ਕੇ ਲੈਣਾ ਹੈ। ਕਿਹੜਾ ਆਇਆ ਅੱਜ ਖੇ ਆਖੋ ਸਤਨਾਮ, ਵੀ ਤੂੰ ਮੱਥਾ ਟੇਕਣ ਵਾਲੇ ਤੇ ਕੀ ਲੈਣਾ ਬਈ? ਉੱਥੇ ਸਾਡੀਆਂ ਅੱਖਾਂ ਸਾਡੇ ਵਸ ਵਿੱਚ ਨਹੀਂ ਹੈ, ਸਾਡੇ ਕੰਨ ਸਾਡੇ ਵਸ ਵਿੱਚ ਨਹੀਂ, ਇਹ ਸਾਡੀ ਇੱਛਾ ਵਿੱਚ ਨਹੀਂ ਹੈ। ਸੁਖਮਨੀ ਸਾਹਿਬ ਪੜ੍ਹਦੇ ਹੋ, ਲੈ ਨਿਆਣਾ ਰੋ ਗਿਆ, ਜਦੇ ਹਾਕ ਮਾਰ ਦੇਣੇ ਨੂੰ ਚੁੱਪ ਕਰਾ ਲੈ, ਮੈਂ ਪਾਠ ਕਰਦਾ। ਕੰਨ ਸਾਡੇ ਵਸ ਵਿੱਚ ਨਹੀਂ। ਕੋਈ ਹੋਰ ਆਵਾਜ਼ ਆ ਗਈ, ਜਦੇ ਸਾਡਾ ਪਾਠ ਭੁੱਲ ਜਾਣਾ ਤੇ ਉਧਰ ਚਲੇ ਜਾਣਾ। ਸਾਧ ਸੰਗਤ ਜੀਭਾ ਸਾਡੇ ਵਸ ਵਿੱਚ ਨਹੀਂ। ਕਿਤੇ ਗੁਆਂਢੀਆਂ ਦੇ ਮੁਸ਼ਕ ਆ ਗਿਆ ਵੀ ਮੱਛੀ ਤਲੀ ਹੈ, ਬਸ ਜਦੇ ਹੁਕਮ ਕਰ ਦੇਣਾ ਘਰ ਵਾਲੀ ਨੂੰ, ਕੱਲ ਨੂੰ ਤੂੰ ਵੀ ਲੈ ਆਈ। ਅੱਜ ਖੇ ਆਖੋ ਸਤਨਾਮ। ਸਾਡੀ ਜੀਭਾ ਵੀ ਸਾਡੇ ਵਸ ਵਿੱਚ ਨਹੀਂ ਹੈ। ਰਸਤੇ ਤੁਰੇ ਜਾਂਦੇ ਨੇ ਵਿਚਾਰ ਬਣ ਜਾਣਾ, ਆਮਲੇਟ ਖਾ ਲਈਏ, ਘਰ ਜਾ ਕੇ ਫੁਲਕਾ ਫੇਰ ਖਾਵਾਂਗੇ। ਇਹ ਕਰਨ ਸੀ ਉਹ ਇੱਛਾਚਾਰੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਛਾਚਾਰ ਹੈ, ਜਿਵੇਂ ਤੁਹਾਡੀ ਮਰਜ਼ੀ ਹੈ। ਦੇਖੋ 5 ਚੀਜ਼ਾਂ ਨੇ, 5 ਕਲੇਸ਼ ਨੇ, 5 ਵਿਕਾਰ ਨੇ ਗੁਰਸਿੱਖ ਪਿਆਰਿਓ। ਇਹਨਾਂ ਦੇ ਅਧੀਨ ਅਸੀਂ ਚੱਲ ਰਹੇ ਹਾਂ। ਸੁਖਮਨੀ ਸਾਹਿਬ ਨਿਤ ਪੜ੍ਹਦੇ ਹੋ ਨਾ, ਸੁਖਮਨੀ ਸਾਹਿਬ ਦਾ ਇਹ ਅਰਥ ਨਹੀਂ ਲੈਣਾ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾ ਭਗਤ ਜਨਾ ਕੈ ਮਨ ਬਿਸਰਾ। ਆਪਾਂ ਤਾਂ ਕਹਿੰਦੇ ਸੁਖਮਨੀ ਪੜ੍ਹ ਲੋ ਤੇ ਸੁਖ ਮਿਲ ਜਾਣਗੇ। ਬੜੀ ਪੜੀ ਪਰ ਅਜੇ ਮਿਲੇ ਨਹੀਂ। ਅੱਜ ਖੇ ਆਖੋ ਸਤਨਾਮ। ਇੱਥੇ ਕਾਹਨੂੰ ਕਹੋਨੇ ਹੋ? ਕਿਉਂ ਨਹੀਂ ਮਿਲੇ? ਉਹਦਾ ਭਾਵ ਸਮਝੋ। ਸੁਖਮਨੀ ਕਹਿੰਦੀ ਮੈਂ ਸੁਖ ਨਹੀਂ ਦੇਣਾ। ਸੁਖਮਨੀ ਕਹਿ ਰਹੀ ਹੈ ਸੁਖ ਦੇਣ ਵਾਲਾ ਵਾਹਿਗੁਰੂ ਦਾ ਨਾਮ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਤਾਂ ਵਾਹਿਗੁਰੂ ਦਾ ਨਾਮ ਹੈ। ਅਸੀਂ ਸੁਖਮਨੀ ਨੂੰ ਬਣਾ ਲਿਆ ਸੁਖ ਦੇਣ ਵਾਲੀ। ਡਾਕਟਰ ਸੁਖ ਦੇਣ ਵਾਲਾ ਨਹੀਂ। ਡਾਕਟਰ ਦਵਾਈ ਦਿੰਦਾ ਹੈ, ਦਰਦ ਹਟਾਉਣ ਵਾਲੀ ਤਾਂ ਦਵਾਈ ਹੁੰਦੀ। ਡਾਕਟਰ ਨੇ ਦਰਦ ਨਹੀਂ ਹਟਾਉਣਾ, ਹਾਂ ਦਵਾਈ ਦੱਸੂਗਾ। ਸੁਖਮਨੀ ਦੱਸੂਗੀ ਨਾਮ ਕੀ ਚੀਜ਼ ਹੈ। ਤੇ ਸੁਖਮਨੀ ਨੇ ਸੁਖ ਨਹੀਂ ਦੇਣਾ, ਸੁਖ ਦੇਣਾ ਵਾਹਿਗੁਰੂ ਦੇ ਨਾਮ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਇੰਨੀ ਤੁਕ ਵਿੱਚ ਸੁਖਮਨੀ ਸਾਹਿਬ ਦਾ ਸਾਰ ਹੈ। ਤੁਸੀਂ ਸਿਮਰਨ ਕਰੋ ਵਾਹਿਗੁਰੂ ਦਾ, ਤੁਹਾਡੇ ਕਾਲ ਕਲੇਸ਼। ਕਲੇਸ਼ ਪਤਾ ਕਿੰਨੇ? ਆਪਣੇ ਘਰਾਂ 'ਚ ਤਾਂ ਹੁਣ ਗਿਣਤੀ ਹੋ ਨਹੀਂ, ਪਰ ਸ਼ਾਸਤਰ ਵਿੱਚ 5 ਨੇ। 5 ਕਲੇਸ਼ ਨੇ ਗੁਰਸਿੱਖ ਪਿਆਰਿਓ। ਅਵਿਦਿਆ, ਅਸਮਤਾ, ਰਾਗ, ਦੁਐਸ, ਅਭਿੰਨ ਸਕਤਾ। ਇਹ ਸ਼ਾਸਤਰ ਦਾ ਲੇਖ ਹੈ। ਜੇ ਹੁਣ ਕੱਲਾ ਕੱਲਾ ਬੋਲੀਏ ਤਾਂ ਕਥਾ ਨਹੀਂ ਹੋਣੀ। ਫਿਰ ਅਵਿਦਿਆ, ਅਸਮਤਾ ਇੱਕ ਅਗਿਆਨ ਕਲੇਸ਼ ਹੈ। ਇਹ ਜੜ ਹੈ। ਅਗਿਆਨਤਾ ਦੇ ਆਸਰੇ ਹੀ ਸਭ ਲੜਾਈਆਂ ਹੋ ਰਹੀਆਂ ਨੇ। ਭਰਾ ਭਰਾ ਦਾ ਵੈਰੀ ਹੋਇਆ ਫਿਰਦਾ। ਅਗਿਆਨਤਾ ਇਹ ਪਹਿਲਾ ਕਲੇਸ਼ ਹੈ। ਅਸਮਤਾ, ਅਵਿਦਿਆ। ਤੇ ਗੁਰਸਿੱਖ ਪਿਆਰਿਓ ਜਾਣਨ ਤੋਂ ਬਿਨਾਂ ਕਈ ਝਗੜੇ ਐ ਹੋ ਜਾਂਦੇ ਐ। ਸਭ ਕੁਝ ਕਰ ਲੈਨੇ ਐ, ਪਿੱਛੋਂ ਹੀ ਪਤਾ ਲੱਗਿਆ ਵੀ ਇਹ ਤਾਂ ਗਲਤੇ ਹੋ ਗਿਆ ਕੰਮ, ਇਹ ਤਾਂ ਹੈ ਹੀ ਨਹੀਂ ਸੀ। ਅਵਿਦਿਆ, ਅਸਮਤਾ। ਅਸਮਤਾ ਹੈ ਛੋਟਾ ਵੱਡਾ ਸਮਝਣਾ। ਇਹ ਬਹੁਤ ਵੱਡਾ ਹੈ, ਇਹ ਛੋਟਾ ਹੈ। ਮੈਂ ਬਹੁਤ ਵੱਡਾ ਹੈ, ਬਹੁਤ ਛੋਟਾ ਹੈ। ਇਹ ਮੈਂ ਬਹੁਤ ਅਕਲ ਵਾਲਾ, ਇਹਨੂੰ ਅਕਲੇ ਕੋਈ ਨਹੀਂ। ਜਿਵੇਂ ਆਪਾਂ ਤਾਂ ਸਿੱਧੀ ਅਕਲ ਅਗਲੇ ਦੀ ਮੁਕਾ ਦਿੰਨੇ ਐ। ਉਹ ਜਿਹੜੀਆਂ ਤੇਰੇ ਢਿੱਡ 'ਚ ਪਈਆਂ ਮੇਰੇ ਤਾਂ ਨਹੁੰ 'ਚ ਪਈਆਂ। ਅੱਜ ਖੇ ਆਖੋ ਸਤਨਾਮ, ਕਰਾ ਲੋ ਅਕਲ ਦੀ ਅਕਲ। ਇਹ ਹੈ ਅਸਮਤਾ, ਆਪਣੇ ਆਪ ਨੂੰ ਵੱਡਾ, ਦੂਸਰੇ। ਇਹ ਹੈ ਕਲੇਸ਼ ਦਾ ਜੜ। ਜੇ ਤੁਸੀਂ ਬਰਾਬਰ ਸਮਝੋ ਤਾਂ ਕਲੇਸ਼ ਕਾਹਨੂੰ ਹੋਵੇ? ਅਸਮਤਾ ਆਪ ਤੋਂ ਨੀਵਾਂ ਸਮਝਣਾ। ਰਾਗ, ਰਾਗ ਜਿੱਥੇ ਸ਼ਬਦ ਆਉਂਦਾ, ਰਾਗ ਦਾ ਅਰਥ ਹੈ ਪ੍ਰੇਮ। ਤੇ ਦੂਜਾ ਗੁਰਸਿੱਖ ਪਿਆਰਿਓ, ਤੇ ਪ੍ਰੇਮ ਪਿੱਛੇ ਵੀ ਦੇਖ ਲਓ ਸੰਸਾਰੀ ਅਸਮਤਾ ਤੇ ਅਗਿਆਨਤਾ ਦੇ ਵਿੱਚ ਆ ਕੇ ਕਿੰਨੇ ਝਗੜੇ ਛਿੜੇ ਹੋਏ ਨੇ।
ਪ੍ਰੇਮ ਦੇ ਝਗੜੇ ਤੁਸੀਂ ਪੜ੍ਹਦੇ ਹੀ ਹੋ। ਮਰ ਰਹੇ ਨੇ ਲੜਕੇ ਲੜਕੀਆਂ, ਗੱਡੀਆਂ ਹੇਠ ਆ ਕੇ ਅੱਗ ਲਾ ਕੇ ਫੂਕੇ ਜਾ ਰਹੇ ਨੇ, ਆਪ ਜ਼ਹਿਰ ਖਾ ਕੇ ਪੀ ਰਹੇ ਨੇ। ਇਹ ਪ੍ਰੇਮ ਹੋਇਆ? ਫਿਰ ਉਹ ਪ੍ਰੇਮ ਤਾਂ ਹੈ ਪਰ ਅਗਿਆਨਤਾ ਦੇ ਵਸ ਹੈ। ਉਸ ਪ੍ਰੇਮ ਨੂੰ ਤੂੰ ਜਾਣਿਆ ਨਹੀਂ, ਵਰਤ ਲਈ ਚੀਜ਼ ਤੇ ਜਾਣੀ ਹੈ ਨਹੀਂ। ਮੇਰੇ ਵਰਗਾ ਹੁਣ ਇੱਥੇ ਜਾ ਕੇ ਟੋਇਟਾ ਸਟਾਰਟ ਕਰਕੇ ਤੁਰ ਪਵੇ, ਬਾਬੇ ਕਿਸੇ ਖੰਭੇ ਨਾਲੇ ਵੱਜਿਆ ਖੜਾ ਹੋਊਗਾ, ਅੱਜ ਕੋ ਸਤਨਾਮ। ਉਹ ਕਾਰ ਤੂੰ ਜਾਣੀ ਨਹੀਂ ਤੇ ਚਲਾਉਣ ਲੱਗ ਗਿਆ, ਪ੍ਰੇਮ ਨੂੰ ਤੂੰ ਜਾਣਿਆ ਨਹੀਂ ਤੇ ਕਰਨ ਲੱਗ ਪਿਆ, ਤੇ ਖਤਰਾ ਹੀ ਖਤਰਾ ਹੋਵੇਗਾ। ਦੁੱਖੇ ਦੁੱਖ ਕਲੇਸ਼ ਛਿੜਦੇ ਨੇ, ਕਿੰਨੀਆਂ ਫੈਮਲੀਆਂ ਛਿੜੇ ਹੋਏ ਨੇ ਗੁਰਸਿੱਖ ਪਿਆਰਿਓ। ਪ੍ਰੇਮ ਕਲੇਸ਼ ਰੂਪ ਹੋ ਗਿਆ ਜਦ ਉਸ ਪ੍ਰੇਮ ਵਿੱਚ ਗਿਆਨ ਨਹੀਂ ਹੈ, ਉਸ ਪ੍ਰੇਮ ਨੂੰ ਤੂੰ ਜਾਣਿਆ ਨਹੀਂ ਹੈ, ਉਹੀ ਦੁੱਖ ਰੂਪ ਹੋ ਗਿਆ। ਤਾਂ ਗੁਰਸਿੱਖ ਪਿਆਰਿਓ, ਰਾਗ ਦੁਆਇਸ਼ ਈਰਖਾ ਇਹ ਕਲੇਸ਼ ਹੈ ਚੌਥਾ। ਦੁਆਇਸ਼, ਇਹ ਮੇਰਾ ਪ੍ਰੇਮੀ ਹੈ, ਇਹ ਮੇਰਾ ਵੈਰੀ ਹੈ। ਕਾਹਦਾ ਪ੍ਰੇਮ ਹੋਇਆ, ਕਿੱਥੇ ਵੈਰ ਗਿਆ? ਰਾਗ ਦੁਆਇਸ਼ ਤੇ ਪੰਜਵਾਂ ਕਲੇਸ਼ ਹੈ ਸੁਖਮਨੀ ਸਾਹਿਬ ਦੀ ਪਹਿਲੀ ਤੁਕ ਹੈ। ਜੇ ਸੁਖਮਨੀ ਤੋਂ ਕੁਝ ਲੈਣਾ, ਕਲ ਕਲੇਸ਼ ਇਹ ਹੈ ਕਿਥੇ? ਤੇਰੇ ਸਰੀਰ ਵਿੱਚ, ਗੁਆਂਢੀਆਂ ਦੇ ਨਹੀਂ ਹੈ। ਤਨ ਮਾਹੇ ਮਿਟਾਵੋ। ਜੇ ਸੁਖਮਨੀ ਪੜ੍ਹ ਕੇ ਕੋ ਆਨੰਦ ਲੈਣਾ, ਜਿਹੜੇ ਪੰਜ ਕਲੇਸ਼ ਤੇਰੇ ਸਰੀਰ ਵਿੱਚ ਝਗੜਾ ਕਰ ਰਹੇ ਇਹਨਾਂ ਨੂੰ ਹਟਾ, ਤਾਂ ਸੁਖਮਨੀ ਦਾ ਫਾਇਦਾ ਹੋਵੇਗਾ। ਸਾਨੂੰ ਪਤਾ ਹੀ ਨਹੀਂ ਸੁਖਮਨੀ ਪੜ੍ਹਨੀ ਕਾਹਦੇ ਖਾਤਰ, ਕਿਹੜੇ ਕਲੇਸ਼ ਹਟਾਉਣੇ, ਕਹਿੰਦੇ ਸੁਖ ਦਊਗੀ, ਪੜੀ ਜਾਓ। ਕਾਲ ਕਲੇਸ਼ ਤਨ ਮਾਹੇ ਹਟਾ ਮਿਟਾਵੋ। ਤੇਰੇ ਸਰੀਰ ਵਿੱਚ ਪੰਜ ਕਲੇਸ਼, ਅਵਿਦਿਆ, ਅਸਮਤਾ, ਰਾਗ ਦਵੈਸ਼ ਇੱਕ ਬਹੁਤ ਵੱਡਾ ਕਲੇਸ਼ ਹੈ ਜਿਹਨੇ ਗਾਹਲੇ ਜਨਮ ਵਿੱਚ ਵੀ ਦੁੱਖ ਦੇਣਾ। ਅਭਿੰਨ ਸ਼ਕਤਾ, ਉਹ ਕਲੇਸ਼ ਕੀ ਹੈ ਕਿ ਮੈਂ ਹੋ ਰਿਹਾ ਤੇ ਰੱਬ ਹੋ ਰਿਹਾ। ਅੱਜ ਕੇ ਆਖੋ ਸਤ, ਉਹਨੂੰ ਅਭਿੰਨ ਸ਼ਕਤਾ ਕਹੇ। ਇਹਨੇ ਤਾਂ ਐਸਾ ਕਲੇਸ਼ ਪਾਉਣਾ, ਤੈਨੂੰ 84 ਲੱਖ ਵਿੱਚ ਖਿੱਚੀ ਫਿਰਨਾ ਇਸ ਕਲੇਸ਼ ਨੇ। ਇਹ ਪੰਜ ਕਲੇਸ਼ ਹੈ ਜਿਹੜੇ ਸੁਖਮਨੀ ਪੜਨ ਤੋਂ ਨਹੀਂ, ਸਿਮਰੋ ਸਿਮਰ ਸਿਮਰ ਸੁਖ ਪਾਓ। ਜੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋਗੇ, ਸਾਰੀ ਸੁਖਮਨੀ ਸਿਮਰਨ ਨੂੰ ਇਹ ਕਹਿ ਰਹੀ ਹੈ, ਹੋਰ ਤਾਂ ਗੱਲੇ ਨਹੀਂ ਕੋਈ ਵਿੱਚ ਹੈ ਗੁਰਸਿੱਖ ਪਿਆਰਿਓ। ਸਿਮਰਨ ਵਾਲਿਆਂ ਨੂੰ ਕਹਿ ਰਹੀ ਹੈ। ਸਿਮਰਨ ਕਰਨਾ ਕਿਵੇਂ ਹੈ ਤੂੰ, ਸਿਮਰਨ ਦਾ ਫਲ ਕੀ ਮਿਲੂਗਾ ਤੈਨੂੰ? ਤਾਂ ਗੁਰਸਿੱਖ ਪਿਆਰਿਓ, ਇਹ ਪੰਜ ਕਲੇਸ਼ ਤੇ ਪੰਜ ਨੇ ਗੁਰਸਿੱਖ ਪਿਆਰਿਓ ਜਿਹੜੇ ਸਾਨੂੰ ਖਿੱਚੀ ਫਿਰਦੇ ਨੇ 24 ਘੰਟੇ, ਇਹਨਾਂ ਨੂੰ ਹਟਾਉਣ ਵਾਸਤੇ ਇੱਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਤੇ ਪੰਜ ਵਿਖਾਦ ਜਿਹੜੇ ਹਨ ਗੁਰਸਿੱਖ ਪਿਆਰਿਓ। ਬਹੁਤ ਕੋਈ ਵਿਰਲਾ ਹੀ ਬਚਿਆ ਹੁੰਦਾ। ਮੈਨੂੰ ਕਾਹਨੂੰ ਕਹਾਉਣੇ, ਤੁਹਾਡੇ ਤੇ ਗੱਲ ਕੀ ਹੈ? ਸਾਡੇ ਲਾਣੇ ਚੋਂ ਵੀ ਕੋਈ ਵਿਰਲਾ ਹੀ ਬਚਿਆ ਹੈ। ਅੱਜ ਆਖੋ ਸਤ, ਇਹ ਪਰਬਲ ਨੇ, ਮਹਾਬਲੀ ਨੇ। ਇਹਨਾਂ ਨੂੰ ਹਟਾਉਣ ਖਾਤਰ ਇੱਕ ਵਾਹਿਗੁਰੂ ਦੇ ਨਾਮ ਦਾ ਸਿਮਰਨ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਾਬਤ ਤੇ ਬਚਨ ਕਰਦੇ ਹਨ ਭੱਟ, ਸਦਾ ਅਕਲ ਲਿਵੈ ਰਹੈ, ਕਰਨ ਸਿਉ ਇੱਛਾ ਚਾਰੈ। ਤੁਹਾਡੀ ਲਿਵ ਇੱਕ ਵਾਹਿਗੁਰੂ ਦੇ ਨਾਮ ਵਿੱਚ ਲੱਗੀ ਹੋਈ ਹੈ। ਜਿਹੜੀਆਂ ਤੁਹਾਡੇ ਕਲ ਕਲੇਸ਼ ਪਾਉਣ ਵਾਲੇ ਇੰਦਰੇ, ਅਗਿਆਨਤਾ, ਸਮਤਾ, ਰਾਗ ਦਵੈਸ਼ ਹਨ, ਹੁਣ ਤੁਹਾਨੂੰ ਨਹੀਂ ਚਲਾ ਰਹੇ ਇਹ, ਹੁਣ ਤੁਸੀਂ ਇਹਨਾਂ ਨੂੰ ਚਲਾ ਰਹੇ। ਭਾਵੇਂ ਅਧੀਨ ਕਰ ਲਏ ਨੇ ਤੁਸੀਂ। ਕਰਨ ਸਿਉ ਇੱਛਾ ਚਾਰੈ, ਇੱਛਾ ਚਾਰੈ ਕਹੀਏ ਜਿਵੇਂ ਤੁਸੀਂ ਚਲਾਉਨੇ ਹੋ, ਤੁਹਾਡੀ ਇੱਛਾ ਦੇ ਮੁਤਾਬਕ ਚੱਲਦੇ ਨੇ। ਨੇਤਰ ਉਹ ਕੁਝ ਦੇਖਣਗੇ ਜੋ ਤੁਹਾਡੀ ਇੱਛਾ ਹੈ। ਜੀਭ ਰਸ ਉਹ ਲਵੇਗੀ ਜੋ ਤੁਹਾਡੀ ਇੱਛਾ ਹੈ। ਆਪਣੇ ਰਸ ਨਾਲ ਦੇਖ ਲੋ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਜੀਭ। ਮੁੰਜ ਵਟਣੀ ਆਪਣੇ ਹੱਥੀਂ, ਗੁਰੂ ਨਾਨਕ ਦੀ ਗੱਦੀ ਦੇ ਮਾਲਕ। ਫਿਰ ਮੁੰਜ ਵਟਣੀ ਵਾਣ, ਉਹ ਵੇਚ ਕੇ ਮਿੱਸਾ ਪ੍ਰਸ਼ਾਦਾ ਅੱਠੀ ਪਹਿਰੀ ਛਕਣਾ। ਕਿਉਂਕਿ ਉਹ ਜੀਭ ਉਹਦਾ ਰਸ ਅਧੀਨ ਕਰ ਲਿਆ ਸੀ, ਅਧੀਨ ਹੋ ਗਿਆ ਸੀ ਜੀਭ ਦਾ ਰਸ। ਇਹ ਜਿਹੜੇ ਪੰਜ ਨੇ ਕੰਨ ਆਪਣਾ ਰਸ ਲੈਂਦੇ ਫਿਰਦੇ ਨੇ। ਕਿਹੜੇ ਨੇ ਪੰਜ ਭਾਈ? ਸ਼ਬਦ, ਸਪਰਸ਼, ਰਸ, ਰੂਪ, ਗੰਧ। ਨੋਟ ਕਰ ਲਿਓ, ਪੰਜ ਵਿਸ਼ੇ ਨੇ। ਉਹ ਪੰਜ ਕਲੇਸ਼ ਸੀ, ਇਹ ਪੰਜ ਵਿਸ਼ੇ ਨੇ ਵਿਕਾਰ। ਸ਼ਬਦ ਕੰਨਾਂ ਦਾ 24 ਘੰਟੇ ਸੁਣਨਾ ਚਾਹੁੰਦੇ ਆ। ਕੋਈ ਗਾਉਣ, ਕੋਈ ਆਵਾਜ਼, ਕੋਈ ਬੋਲੀ ਪਵੇ, ਕੋਈ ਟੱਪਾ ਲੱਗੇ, ਕੋਈ ਭੰਗੜੇ ਦੀ ਆਵਾਜ਼ ਪਵੇ ਕੰਨਾਂ ਦੇ ਵਿੱਚ। ਇਹ ਕੰਨਾਂ ਦਾ ਰਸ ਹੈ। ਸ਼ਬਦ, ਧੁਨ। ਮਰ ਗਿਆ ਵਿਚਾਰਾ ਹਿਰਨ ਇੱਕੋ ਸ਼ਬਦ ਰਸ ਦੇ ਵਿੱਚ, ਕੰਨਾਂ ਦੇ ਰੋਗ ਵਿੱਚ। ਸ਼ਬਦ, ਸਪਰਸ਼, ਸਪਰਸ਼ ਹੈ ਚਮੜੀ ਦਾ ਕਾਮ ਰੋਗ। ਕਾਮ ਰੋਗ ਮੈਗਲ ਬਸਲੀ ਨਾਲ ਕਿੱਡਾ ਵੱਡਾ ਹਾਥੀ ਦੇਖ ਲੋ ਗੁਲਾਮ ਬਣਿਆ ਫਿਰਦਾ ਚਮੜੀ ਦੇ ਰਸ ਕਰਕੇ। ਸ਼ਬਦ, ਸਪਰਸ਼, ਰੂਪ, ਇਹ ਹੈ ਅੱਖਾਂ ਦਾ। ਸੁੰਦਰ ਤੋਂ ਸੁੰਦਰ ਰੂਪ ਵੇਖਾਂ, ਚੰਗੀ ਤੋਂ ਚੰਗੀ ਚੀਜ਼ ਵੇਖਾਂ। ਇਹ ਰੂਪ ਵਿਸ਼ਾ ਹੈ ਅੱਖਾਂ ਦਾ। ਸ਼ਬਦ, ਸਪਰਸ਼, ਰੂਪ, ਰਸ,
ਰਸ ਵਿਸ਼ੇ ਸਾਡੀ ਜੀਭਾ ਦਾ, ਚੰਗਾ ਤੇ ਚੰਗਾ ਸਵਾਦ ਵੇਖਣ ਵਿੱਚ ਵਿਸ਼ੇ ਵਿਕਾਰਾਂ ਵਿੱਚ ਲਪਟੀ ਹੋਈ ਹੈ। ਤੇ ਗੰਧ ਸੁਗੰਧ ਕਹੀਏ ਸਾਡੀ ਨੱਕ ਦਾ ਵਿਸ਼ਾ। ਇਹ ਕਾਜੀ ਸੁਗੰਧ ਫੁੱਲਾਂ ਦੀ ਨਹੀਂ ਚਾਹੁੰਦਾ, ਨਾ ਚਮੇਲੀ ਨੂੰ ਟੋਹਦੇ ਨੇ, ਗੁਲਾਬ ਨੂੰ, ਨਾ ਪਰਫਿਊਮ ਨੂੰ। ਇਹ ਪਤਾ ਹੈ, ਇਹ ਕਹਿੰਦਾ ਜਿਹੜਾ ਵੀ ਕਵੇ ਮੈਨੂੰ ਚੰਗਾ ਹੀ ਕਵੇ, ਅੱਜ ਖੇ ਆਖੋ ਸਤਨਾਮ। ਇਹ ਆਪਣੀ ਸੁਗੰਧੀ ਬਸ ਮੇਰੀ ਸੋਭਾ ਹੋਵੇ, ਹੋਰ ਨਾ ਕਿਸੇ ਦੀ। ਬਸ ਇਸੇ ਸੋਭਾ ਦੀ ਸੁਗੰਧੀ ਪਿੱਛੇ ਆਪਾਂ ਆ ਜਿਹਨੂੰ ਕਹਿੰਦੇ ਆ ਤੁਸੀਂ ਨੱਕ ਰੱਖਣਾ ਹੈ। ਕਰਜ਼ਾ ਲੈ ਲੈ ਕੇ ਦੁਖੀ ਹੋ ਕੇ ਵਿਆਹ ਕਰਤੇ, ਕੋਈ ਚੀਜ਼ ਨਹੀਂ ਥੀ ਕਿ ਨੱਕ ਰੱਖਣਾ। ਸੋਭਾ ਕਹਿਣ ਕਾਰ ਦਿੱਤੀ ਹੈ, 1.5 ਕਿਲੋ ਸਿਉਨਾ ਪਾਇਆ, ਮਰਸਰੀ ਦਿੱਤੀ ਹੈ, ਫਲਾਣਾ ਕੁਝ ਦਿੱਤਾ। ਉਹ ਗੁਰਮੁਖ ਪਿਆਰਿਓ, ਕੱਖ ਵੀ ਫਾਇਦਾ ਨਹੀਂ ਜੇ ਦੋਹਾਂ ਦਾ ਪ੍ਰੇਮ ਨਹੀਂ ਬਣਿਆ। ਅੱਜ ਕੇ ਆਖੋ ਸਤਨਾਮ। ਅਸੀਂ ਸੋਭਾ ਦੀ ਸੁਗੰਧੀ ਸੁਣਦੇ ਫਿਰਦੇ, ਆਪਣੀ ਸੋਭਾ ਮੇਰੀ ਸੋਭਾ ਹੋਵੇ ਬਸ। ਇਹ 5 ਵਿਸ਼ੇ ਵਿਕਾਰ ਨੇ, ਰਸ ਰਮ ਰੂਪ ਗੰਧ ਤੇ 5 ਸਾਧ ਸੰਗਤ ਕਲੇਸ਼ ਅਵਿਦਿਆ ਅਸਮਤਾ ਰਾਗ ਦ્વੈਸ ਭਿੰਨ ਸਕਤਾ। हे ਗੁਰੂ ਅੰਗਦ ਦੇ ਪਾਤਸ਼ਾਹ, ਤੁਹਾਡੇ ਤੇ ਐਸੀ ਬਖਸ਼ਿਸ਼ ਹੋ ਗਈ, ਤੁਸੀਂ ਇਹਨਾਂ ਦੇ ਅਧੀਨ ਨਹੀਂ ਰਹੇ। ਕਾਰਨ ਸਿਉ ਇੱਛਾ ਚਾਰੇ, ਜਿੱਧਰ ਨੂੰ ਤੁਸੀਂ ਤੋਰਦੇ ਹੋ ਉਧਰ ਨੂੰ ਤੁਰਦੇ। ਤੁਹਾਡੀ ਇੱਛਾ ਨਾਲ ਚਾਰੇ ਤੁਰਦੇ ਨੇ, ਆਪਣਾ ਵਰਤਾਅ ਕਰਦੇ ਨੇ, ਤੇ ਅਸੀਂ ਇਹਨਾਂ ਦੀ ਇੱਛਾ ਨਾਲ ਵਰਤਾਅ ਕਰਦੇ। ਜਿੱਧਰ ਨੂੰ ਅੱਖਾਂ ਤੋਰਦੀਆਂ ਉਧਰ ਨੂੰ ਤੁਰਦੇ, ਜਿੱਧਰ ਨੂੰ ਰਾਗ ਦ્વੈਸ਼ ਕਹਿੰਦਾ ਉਹ ਕਰਦੇ। ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਲਿਵ ਅਕਾਲ ਪੁਰਖ ਵਾਲ ਨਾਲ ਮਨ ਜੁੜਿਆ ਤੇ ਤੁਸੀਂ ਇੱਛਾਚਾਰੀ ਹੋ ਗਏ ਹੋ, ਆਜ਼ਾਦ ਸੁਤੰਤਰ। 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਵਿਸ਼ੇ ਵਿਕਾਰਾਂ ਤੋਂ, ਕਲ ਕਲੇਸ਼ ਤੋਂ ਤੁਸੀਂ ਆਜ਼ਾਦ ਹੋ, ਸੁਤੰਤਰ ਹੋ ਗਏ ਹੋ। ਧਰਮ ਸਪੂਰ ਜਿਉ ਨਿਵਾ ਖਵਾ ਕਸ ਬਿਮਲ ਵਿਚਾਰਾ। ਦੇਖੋ ਕੈਸੇ ਬਚਨ ਨੇ ਭਾਈ, ਬੜੇ ਪਿਆਰ ਨਾਲ ਸੁਣਿਓ। ਦਰੋਮ ਸਪੂਰ, ਦੱਦਾ ਪੈਰ ਵਿੱਚ ਹੈ, ਰਾਰੇ ਦੇ ਔਂਕੜ ਹੈ ਦਰੋਮ ਸਪੂਰ। ਜਿਉ ਨਿਵੈ, ਦਰੋਮ ਸ਼ਬਦ ਹੈ ਸੰਸਕ੍ਰਿਤ ਦਾ, ਇਹਦਾ ਨਾਮ ਹੈ ਦਰਖਤ। ਜਿਹਨੂੰ ਆਪਾਂ ਦਰਖਤ ਕਹਿੰਦੇ ਵਰਕਸ਼, ਉਹਨੂੰ ਦਰੋਮ ਕਹਿੰਦੇ ਨੇ, ਸੰਸਕ੍ਰਿਤ ਭਾਸ਼ਾ ਦਾ ਸ਼ਬਦ। ਸਪੂਰ ਭਰਿਆ ਹੋਇਆ, ਪੂਰਾ ਭਰਿਆ ਹੋਇਆ। ਪੂਰ ਕਹਿੰਦੇ ਨਾ ਭਰਿਆ ਹੋਇਆ, ਮੂਹਰੇ ਸੱਸਾ ਲੱਗ ਗਿਆ, ਵਿਸ਼ੇਸ਼ ਰੂਪ ਵਿੱਚ ਸੰਪੂਰਨ ਭਰਿਆ ਹੋਇਆ। ਤੇ ਹੁਣ ਕੀ ਅਰਥ ਲਾਓਗੇ? ਦਰੋਮ ਸਪੂਰ ਜਿਉ ਨਿਵੈ, ਬਾ ਭਰਿਆ ਹੋਇਆ ਫਲਾਂ ਦੇ ਨਾਲ ਦਰਖਤ ਝੁਕ ਜਾਂਦਾ ਹੈ। ਅੱਜ ਕੇ ਆਖੋ ਸਰ, ਦੇਖੋ ਕੈਸੇ ਸ਼ਬਦ ਵਰਤੇ ਹੈ ਬਾਣੀ ਵਿੱਚ। ਐ ਗੁਰੂ ਅੰਗਦ ਦੇਵ ਜੀ, ਤੁਸੀਂ ਕੈਸੀ ਨਿਮਰਤਾ ਹੈ ਤੁਹਾਡੇ ਵਿੱਚ। ਤੁਸੀਂ ਸਾਰੇ ਫਲਾਂ ਨਾਲ ਭਰੇ ਹੋਏ ਹੋ। ਧਰਮ ਅਰਥ ਕਾਮ ਮੋਕਸ਼ ਤੁਹਾਡੇ ਚਰਨਾਂ ਵਿੱਚ ਖੜੀ ਹੈ। ਤੁਹਾਡੀ ਨਿਗਾਹ ਵਿੱਚ ਅੰਮ੍ਰਿਤ, ਤੁਹਾਡੇ ਬਚਨਾਂ ਵਿੱਚ ਅੰਮ੍ਰਿਤ। ਤੁਸੀਂ ਗੁਰੂ ਨਾਨਕ ਦੀ ਗੱਦੀ ਤੋਂ ਸਾਰੇ ਫਲ ਪ੍ਰਾਪਤ ਨੇ ਤੁਹਾਨੂੰ। ਆਪ ਨਰਾਇਣ ਰੂਪ ਹੋ ਗਏ ਹੋ, ਤੁਸੀਂ ਉਸ ਦਾ ਪ੍ਰਮਾਣ ਦੇ ਰਹੇ ਨੇ। ਇਸ ਤਰ੍ਹਾਂ ਨਿਮਰਤਾ ਹੈ ਤੁਹਾਡੇ ਵਿੱਚ। ਜਿਉਂ ਜਿਉਂ ਤੁਹਾਨੂੰ ਫਲ ਮਿਲੇ, ਜਿਉਂ ਜਿਉਂ ਵਡਿਆਈਆਂ ਮਿਲੀਆਂ ਤੁਹਾਨੂੰ, ਤੁਸੀਂ ਇਵੇਂ ਨੀਵੇਂ ਹੋਏ ਜਿਵੇਂ ਫਲਾਂ ਨਾਲ ਲੱਦਿਆ ਹੋਇਆ ਦਰਖਤ ਨੀਵਾਂ ਹੋ ਜਾਂਦਾ। ਦਰੋਮ ਸਪੂਰ ਜਿਉ ਨਿਵੈ, ਬਸ ਇਹੀ ਤਾਂ ਭਾਈ ਨਿਮਣ ਸੋ ਅੱਖਰ ਖਬਣ ਗੁਣ, ਜੇਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰਤਾ ਵਸ ਆਵੀ ਕੰਤ। ਨਿਵੈ ਸੋ ਗੌਰਾ ਹੋਏ, ਭਾਰੀਓ ਨਿਭਦਾ। ਕਦੇ ਅੰਮ੍ਰਿਤਸਰ ਸਾਹਿਬ ਦਾ ਬਚਨ ਸੁਣਿਆ ਤੁਸੀਂ? ਉੱਥੇ ਕੋਈ ਆਇਆ, ਰੱਬ ਦਾ ਪਿਆਰਾ, ਅੱਲਾਹ ਦਾ ਪਿਆਰਾ, ਵਾਹਿਗੁਰੂ ਨਾਲ ਮਿਲੀ ਕੋਈ ਰੂਹ, ਜਿਹਨੂੰ ਬੈਕੁੰਠ ਦਾ ਵੀ ਪਤਾ ਸੀ, ਬੈਕੁੰਠ ਕੀ ਹੈ, ਸਵਰਗ ਕੀ ਹੈ। ਆ ਗਿਆ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਦੀ ਕੀਤੇ ਦਰਸ਼ਨ, ਕੀਤੀਆਂ ਪ੍ਰਕਰਮਾਂ, ਕੀਤਾ ਇਸ਼ਨਾਨ। ਕਹਿੰਦਾ ਬੈਕੁੰਠ ਨੂੰ ਤੇ ਅੰਮ੍ਰਿਤਸਰ ਨੂੰ ਤਖੜੀ 'ਚ ਪਾ ਕੇ ਤੋਲੇ ਹਮ ਹੈ। ਇੱਕ ਪਾਲੜੇ 'ਚ ਅੰਮ੍ਰਿਤਸਰ ਹਰਿਮੰਦਰ ਪਾ ਲਿਆ, ਇੱਕ ਪਾਸੇ ਤਖੜੀ 'ਚ ਬੈਕੁੰਠ ਪਾ ਲਿਆ। ਕਹਿੰਦਾ ਗੌਰਾ ਸੋ ਧਰ ਰਹਿ ਗਏ, ਉਹ ਜਿਹੜਾ ਭਾਰੀ ਸੀ ਧਰਤੀ ਤੇ ਆ ਗਿਆ, ਜਿਹੜਾ ਹੌਲਾ ਸੀ ਕਹਿੰਦਾ ਅਸਮਾਨ ਤੇ ਚਲਿਆ ਗਿਆ। ਅੱਜ ਕੋ ਸਤਨਾਮ, ਦੇਖੋ ਕੈਸਾ ਭਜਨ ਕੀਤਾ। ਉਹ ਹੌਲੇ ਸੀ ਬੈਕੁੰਠ, ਕਹਿੰਦਾ ਕੋਈ 7ਵੀਂ ਪੁਰੀ 'ਚ, ਕਹਿੰਦਾ ਕੋਈ 8ਵੀਂ 'ਚ, ਕੋਈ 7ਵੇਂ ਆਕਾਸ਼ ਵਿੱਚ। ਉਹ ਹੌਲੇ ਸੀ ਜਿਹੜੇ ਉੱਪਰ ਨੂੰ ਉੱਡ ਗਏ। ਹਰਿਮੰਦਰ ਸਾਹਿਬ ਭਾਰਾ ਹੈ, ਇਹ ਹੈ ਬੈਕੁੰਠ ਜਿਹੜਾ ਧਰਤੀ ਤੇ ਹੀ ਸਤ ਨੂੰ ਸਾਨੂੰ ਦਿੱਤਾ ਹੈ। हे ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਕੈਸੇ ਹੋ? ਜਿਵੇਂ ਦਰੋਮ ਸਪੂਰ ਜਿਉ ਨਿਵੈ, ਭਰਿਆ ਹੋਇਆ ਫਲਾਂ ਦੇ ਨਾਲ ਦਰਖਤ, ਜਿਉਂ ਜਿਉਂ ਫਲ ਲੱਗਣਗੇ ਨਿਵਦਾ ਜਾਊਗਾ, ਨੀਵਾਂ ਹੁੰਦਾ ਜਾਊਗਾ। ਜਿਉਂ ਜਿਉਂ ਗੁਰੂ ਨਾਨਕ ਨੇ ਤੁਹਾਨੂੰ ਬਖਸ਼ਾਂ ਦਿੱਤੀਆਂ, ਸਾਰੇ ਫਲ ਪਦਾਰਥ ਦੇ ਤੇ ਤੁਹਾਡੇ ਵਿੱਚ ਮਾਣ ਨਹੀਂ ਆਇਆ।
ਤੁਸੀਂ ਉਸ ਦਰਖਤ ਵਾਂਗ ਨਿਮਰੀ ਭੂਤ ਪਿੱਛੇ ਸੁਣਿਆ ਸੀ, ਤੁਸੀਂ ਨੀਵੇਂ ਹੀ ਹੁੰਦੇ ਗਏ ਹੋ। ਤੇ ਦੂਜੀ ਕੀ ਗੱਲ ਹੁੰਦੀ ਹੈ, ਜਿਸ ਦਰਖਤ ਨੂੰ ਫਲ ਲੱਗੇ ਹੁੰਦੇ ਨੇ ਭਾਈ, ਵੱਡੇ ਵੱਜਦੇ ਨੇ। ਕੋਈ ਢਾਂਗੂ ਨਾਲ ਤੋੜਦਾ, ਕੋਈ ਬਾਂਕ ਨਾਲ ਤੋੜਦਾ, ਕੋਈ ਵੱਟੇ ਮਾਰਦਾ, ਕੋਈ ਛਿੱਕੂ ਨਾਲ ਤੋੜਦਾ, ਪੱਤੇ ਵੀ ਝਾੜ ਦਿੰਦੇ ਆ ਉਹਦੇ। ਖਾਵੈ ਕਸ, ਕਸ ਨਾਮ ਦੁੱਖ ਦਾ, ਖਾਵੈ ਨਾਮ ਸਹਿਣ ਦਾ, ਖਾਵਣ ਗੁਣ, ਨਿਵਣ ਸੋ ਅੱਖਰ, ਖਾਵਣ ਗੁਣ, ਖਾਵਣ ਨਾਮ ਹੈ ਸਹਿ ਲੈਣਾ ਕਿਸੇ ਦੀ ਗੱਲ ਕਹੀ ਹੋਈ। ਖਾਵੈ ਕਸ, हे ਗੁਰੂ ਅੰਗਦ ਦੇਵ ਜੀ, ਤੁਸੀਂ ਸਹਿਨੇ ਹੋ ਕਸ, ਦੁੱਖ ਦਿੱਤੇ ਹੋਏ ਲੋਕਾਂ ਦੇ। ਖਹਿਰਿਆਂ ਨੇ ਬਹੁਤ ਮੰਦੇ ਬਚਨ ਬੋਲੇ, ਗੁਰੂ ਮਹਾਰਾਜ ਦਾ ਪਲੰਗ ਚੱਕ ਕੇ ਵੀ ਬਾਹਰ ਸਿੱਟਿਆ। ਤਪੇ ਨੇ ਬਹੁਤ ਨਿੰਦਿਆ ਕੀਤੀ, ਪੁੱਤਰਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਕੌੜੇ ਬਚਨ ਬੋਲੇ। ਗੁਰਸਿੱਖ ਪਿਆਰਿਓ, ਇਹ ਸੇਵਾਦਾਰ ਗੱਦੀ ਲੈ ਗਿਆ, ਮਾਲਕ ਤਾਂ ਅਸੀਂ ਹੈ, ਪਰ ਤੁਸੀਂ ਕਿਵੇਂ ਸਵਾਰੇ ਲੋਕਾਂ ਦੇ ਦੁੱਖ ਦਿੱਤੇ ਹੋ, ਕਿਵੇਂ ਸਹਾਰੇ ਲੋਕਾਂ ਦੇ ਕਸ, ਲੋਕਾਂ ਦੇ ਬੁਰੇ ਬਚਨ, ਲੋਕਾਂ ਦੇ ਵੱਟੇ ਮਾਰੇ ਹੋਏ ਤੁਸੀਂ ਕਿਵੇਂ ਸਹਾਰੇ। ਜਿਵੇਂ ਇੱਕ ਫਲਾਂ ਵਾਲਾ ਦਰਖਤ ਇੱਟਾਂ ਸਹਾਰਦਾ, ਇੱਟਾਂ ਸਹਾਰ ਕੇ ਵੀ, ਵੱਟੇ ਸਹਾਰ ਕੇ ਵੀ ਮਾਰਨ ਵਾਲੇ ਨੂੰ ਫਲ ਦਿੰਦਾ ਹੈ, ਫਿਰ ਵੀ ਉਹਦਾ ਢਿੱਡ ਭਰਦਾ, ਫਿਰ ਵੀ ਉਹਦੀ ਤ੍ਰਿਪਤੀ ਕਰਦਾ। ਖਵੈ ਕਸ ਬੇਮਲ ਵਿਚਾਰੇ। ਇਹ ਗੁਰੂ ਅੰਗਦ ਦੇਵ ਜੀ, ਤੁਹਾਡੀ ਐਸੀ ਮਲ ਤੋਂ ਰਹਿਤ ਬੁੱਧੀ ਹੈ, ਬੇਮਲ, ਬੇਮਲ ਕਹੀਏ ਬੇਮਲ, ਮਲ ਤੋਂ ਰਹਿਤ ਐਸੀ ਨਿਰਮਲ ਵਿਚਾਰ ਤੁਹਾਡੇ ਵਿੱਚ ਹੈ, ਜਿਹੜਾ ਤੁਹਾਨੂੰ ਮਾੜਾ ਕਹਿੰਦਾ ਉਹਦਾ ਵੀ ਤੁਸੀਂ ਭਲਾ ਹੀ ਕਰਦੇ ਹੋ। ਜਿਵੇਂ ਵੱਟੇ ਮਾਰਨ ਨੂੰ ਵੀ, ਮਾਰਨ ਵਾਲੇ ਨੂੰ ਵੀ ਦਰਖਤ ਕੰਡੇ ਨਹੀਂ ਦਿੰਦਾ, ਫਲੇ ਦਿੰਦਾ ਹੈ, ਕੰਡੇ ਕੋਲੇ ਰੱਖ ਦਿੰਦਾ ਹੈ ਤੇ ਫਲ ਟਾਣੀ ਤੋਂ ਟੁੱਟ ਕੇ ਦੇ ਦਿੰਦਾ ਹੈ। ਇਸ ਤਰ੍ਹਾਂ ਤੁਹਾਨੂੰ ਜਿਨ੍ਹਾਂ ਨੇ ਮਾੜੇ ਵੀ ਕਿਹਾ, ਮੰਦੇ ਬਚਨ ਵੀ ਬੋਲੇ, ਖਾਵੈ ਕਸ, ਤੁਸੀਂ ਸਹਾਰ ਲੈ ਹੋ। ਦਰਖਤ ਵਾਂਗ ਤੁਸੀਂ ਦਿੱਤੇ ਦੁੱਖ ਸਹਾਰੇ। ਇਹ ਤੁਹਾਡੀ ਬੇਮਲ ਬੁੱਧੀ, ਬੇਮਾਲ, ਮਲ ਤੋਂ ਰਹਿਤ ਬੁੱਧੀ। ਦੂਜਾ ਅਰਥ, ਜਿਹੜੇ ਸਤਸੰਗੀ ਤੁਹਾਡੇ ਚਰਨਾਂ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਤੁਸੀਂ ਧਰਮ ਅਰਥ ਕਾਮ ਮੋਕਸ਼ ਫਲ ਦੇ ਦਿੰਦੇ ਹੋ, ਚਾਰੇ ਪਦਾਰਥ ਬਖਸ਼ ਦਿੰਦੇ ਹੋ, ਤੇ ਉਹਨਾਂ ਵਿੱਚ ਵੀ ਇਹ ਬਰਕਤ ਆ ਜਾਂਦੀ ਹੈ। ਉਹ ਜਿਉਂ-ਜਿਉਂ ਫਲ ਪਾਉਂਦੇ ਨੇ, ਜਿੰਨੇ ਗੁਰਸਿੱਖ ਬ੍ਰਹਮ ਗਿਆਨੀ ਹੋਏ ਨੇ, ਕਰਨੀ ਵਾਲੇ ਹੋਏ ਨੇ, ਦੇਖੋ ਉਹਨਾਂ ਦੀ ਨਿਮਰਤਾ। ਮੈਂ ਜਤਾਇਆ ਹੀ ਨਹੀਂ, ਆਪਣੀ ਸ਼ਕਤੀ ਦਿਖਾਈ ਨਹੀਂ। ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਜੇ ਆਪਣੀ ਸ਼ਕਤੀ ਦਿਖਾਉਂਦੇ, ਕੌਣ ਕੱਟਣ ਵਾਲਾ ਸੀ? ਭਾਈ ਤਾਰੂ ਸਿੰਘ ਬ੍ਰਹਮ ਗਿਆਨੀ ਕਿਤੇ ਆਪਣੀ ਸ਼ਕਤੀ ਦਿਖਾਉਂਦਾ, ਉਹ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਆਪਣੀ ਸ਼ਕਤੀ ਦਿਖਾਉਂਦੇ, ਤੇ ਇੱਕ ਨੀਹਾਂ ਵਿੱਚ ਚਿੰਨ ਵਾਲਾ ਸੀ ਕੋਈ? ਕੌਣ ਮਾਰਨ ਵਾਲਾ ਸੀ? ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ। ਪਰ ਉਹ ਨਿਮਰਤਾ ਕਿ ਦੁਨੀਆ ਦਾ ਦਿੱਤਾ ਕਸ਼ਟ ਸਹਾਰਨਾ, ਉਹਨਾਂ ਨੇ ਦਿੱਤੇ ਸਾਨੂੰ ਸਬਕ ਕਿ ਸਿੱਖੋ ਆਵੇਗਾ ਕਸ਼ਟ, ਪਰ ਜਿਹੜਾ ਵੀ ਕਸ਼ਟ ਵੀ ਦਵੇ ਉਹਦਾ ਵੀ ਭਲਾ ਹੀ ਸੋਚਣਾ ਹੈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਇਸ ਅਵਸਥਾ ਵਿੱਚ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਵਿੱਚ ਇਤਨੀ ਨਿਮਰਤਾ ਆ ਗਈ ਹੈ, ਜਿਉਂ-ਜਿਉਂ ਗੁਰੂ ਨਾਨਕ ਨੇ ਫਲ ਦਿੱਤੇ, ਜਿਵੇਂ ਫਲਾਂ ਭਰਿਆ ਦਰਖਤ ਝੁਕ ਜਾਂਦਾ ਹੈ, ਇਸ ਤਰ੍ਹਾਂ ਤੁਸੀਂ ਨੀਵੇਂ ਬਣਦੇ ਗਏ। ਜਿਵੇਂ-ਜਿਵੇਂ ਲੋਕਾਂ ਨੇ ਦੁੱਖ ਦਿੱਤੇ, ਕਸ਼ਟ ਦਿੱਤੇ, ਉਹ ਤੁਸੀਂ ਖਵੈ ਸਹਾਰਦੇ ਗਏ। ਦੁੱਖ ਦੇਣ ਵਾਲੇ ਨੂੰ ਵੀ ਤੁਸੀਂ ਮਾੜਾ ਨਹੀਂ ਆਖਿਆ। ਇਹ ਤਤ ਜਾਣਿਓ ਸਰਬਗਤ ਅਲਖ ਵਡਾਣੀ। ਹੁਣ ਬੇਮਲ ਬੁੱਧੀ, ਪਿਆਰ ਨਾਲ ਸਮਝੋ ਇਸ ਤੁਕ ਨੂੰ ਵੀ। ਤੁਸੀਂ ਵੱਡੇ ਮਾਰਨ ਵਾਲਿਆਂ ਨੂੰ ਵੀ ਕਿਉਂ ਸੁਖ ਦਿੱਤਾ, ਮਾੜੇ ਕਹਿਣ ਵਾਲਿਆਂ ਨੂੰ ਵੀ ਕਿਉਂ ਸੁਖ ਦਿੱਤੇ, ਬੁਰਾਈ ਕਰਨ ਵਾਲਿਆਂ ਨਾਲ ਤੁਸੀਂ ਭਲਾ ਕਿਉਂ ਕੀਤਾ? ਕਿਸੇ ਨੂੰ ਵੀ ਬੁਰਾ ਨਹੀਂ ਕਿਹਾ। ਜਿਸ ਤਪੇ ਨੇ ਗੁਰੂ ਮਹਾਰਾਜ ਨੂੰ ਕਢਾ ਦਿੱਤਾ ਖੰਡੂਰ ਤੋਂ, ਉਸ ਨੂੰ ਵੀ ਮਾੜਾ ਨਹੀਂ ਕਿਹਾ, ਖਹਿਰਿਆਂ ਨੂੰ ਵੀ ਮਾੜਾ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਇਹ ਤਤ ਜਾਣਿਓ, ਤੁਸੀਂ ਇੱਕ ਤਤ ਵਸਤੂ ਦਾ ਗਿਆਨ ਪ੍ਰਾਪਤ ਕਰ ਲਿਆ। ਸੁਣੋ ਇਸ ਨੂੰ ਪਿਆਰ ਨਾਲ। ਕਿਉਂ ਨਹੀਂ ਤੁਸੀਂ ਕਿਸੇ ਨੂੰ ਬੁਰਾ ਕਿਹਾ? ਕਿਉਂ ਬੁਰਿਆਂ ਨਾਲ ਭਲਾਈ ਕੀਤੀ? ਤੁਸੀਂ ਇੱਕ ਤਤ ਜਾਣ ਲਿਆ, ਇੱਕ ਗਿਆਨ, ਇੱਕ ਮੋਰਲ ਨਤੀਜੇ ਤੇ ਪੁੱਜ ਗਏ, ਤਤ ਵਸਤੂ ਪ੍ਰਾਪਤ ਹੋ ਗਈ। ਇਹ ਤਤ ਜਾਣਿਓ ਸਰਬਗਤ ਅਲਖ ਵਡਾਣੀ। ਦੇਖੋ ਕੈਸੇ ਬਚਨ ਨੇ। ਕੱਲ ਭੱਟ ਜੀ ਕਹਿੰਦੇ ਤੁਸੀਂ ਇੱਕ ਗਿਆਨ ਪ੍ਰਾਪਤ ਕਰ ਲਿਆ। ਉਹ ਕਿਹੜਾ? ਸਰਬ, ਸਾਰਿਆਂ ਦੇ ਵਿੱਚ ਗਤ ਵਾਪਰ ਰਿਹਾ, ਅਲਖ ਲਕਸ਼ਣ ਤੋਂ ਰਹਿਤ, ਵਿਡਾਣੀ ਜਿਹਦੀ ਅਚਰਜ ਕੁਦਰਤ ਹੈ ਵਾਹਿਗੁਰੂ ਦੀ। ਤੁਸੀਂ ਕਿਸੇ ਨੂੰ ਬੁਰਾ ਕਿਉਂ ਨਹੀਂ ਕਿਹਾ? ਤੁਸੀਂ ਮੰਨ ਲਿਆ ਕਿ ਸਾਰਿਆਂ ਵਿੱਚ ਵਾਹਿਗੁਰੂ ਇਹ ਵਰਤ ਰਿਹਾ ਹੈ। ਲਿਖੇ ਆਖੋ ਸਭ। ਇਹ ਤਤ ਜਾਣਨਾ ਔਖਾ ਹੈ। ਤੁਸੀਂ ਇੱਕ ਤਤ ਜਾਣ ਲਿਆ।
ਤੁਸੀਂ ਇੱਕ ਗਿਆਨ ਪ੍ਰਾਪਤ ਕਰ ਲਿਆ। ਜਿਹੜੇ ਤੁਹਾਨੂੰ ਮਾੜਾ ਕਹਿੰਦੇ ਸੀ ਤੁਸੀਂ ਉਹਨਾਂ ਨੂੰ ਵੀ ਭਲਾ ਕਿਹਾ, ਉਹਨਾਂ ਦੇ ਵੀ ਪਰਪਕਾਰ ਕੀਤੇ। ਕਿਉਂ ਕੀਤੇ? ਇਹ ਹੈ ਤਤ ਜਾਣਿਓ। ਤੁਸੀਂ ਇਹ ਤਤ ਵਸਤੂ ਦਾ ਗਿਆਨ ਪ੍ਰਾਪਤ ਕਰ ਲਿਆ ਕਿ ਸਰਬਗਤ ਸਾਰਿਆਂ ਦੇ ਵਿੱਚ, ਚਾਹੇ ਸਾਨੂੰ ਕੋਈ ਚੰਗਾ ਕਹਿਣ ਵਾਲਾ, ਚਾਹੇ ਸਾਨੂੰ ਕੋਈ ਮਾੜਾ ਕਹਿਣ ਵਾਲਾ, ਉਹਨਾਂ ਸਾਰਿਆਂ ਵਿੱਚ ਅਲੱਖ ਵਾਹਿਗੁਰੂ ਇਹ ਵਰਤ ਰਿਹਾ। ਜਿਹੜੇ ਮੈਨੂੰ ਮਾੜਾ ਕਹਿੰਦੇ ਆ ਉਹਨਾਂ ਵਿੱਚ ਵੀ ਵਾਹਿਗੁਰੂ ਬੈਠਾ। ਇਹੀ ਗੱਲ ਗੁਰਬਾਣੀ ਨੇ ਆਖੀ ਹੈ ਤੁਹਾਨੂੰ। ਸਾਨੂੰ ਸੂਰ ਬਹੁਤ ਮਾੜਾ ਲੱਗਦਾ, ਗਧੇ ਮਾੜੇ ਲੱਗਦੇ, ਕਹਿੰਦੇ ਨੀਚ ਹੈ। ਗਧੇ ਤਾਂ ਲੱਗਦੇ ਹੋਣੇ, ਮੇਰੇ ਖਿਆਲ ਸੂਰ ਤਾਂ ਨਹੀਂ ਹੁਣ ਲੱਗਦੇ। ਸੂਰਾਂ ਨੂੰ ਤਾਂ ਹੁਣ ਨੂਣ ਲਾ ਲੈਂਦੇ ਆ, ਅੱਜ ਖੇ ਆਖੋ ਸਤਨਾਮ, ਕਾਹਨੂੰ ਲੱਗਦੇ ਸੂਰ ਮਾੜੇ। ਗਧੇ ਕਹਿ ਲੋ, ਕੁੱਤੇ ਕਹਿ ਲੋ, ਕੁੱਤੇ ਵੀ ਇੱਥੇ ਮਾੜੇ ਕਾਹਨੂੰ ਕਹਿਣਾ, ਅੰਗਰੇਜ਼ ਔਖੇ ਹੋ ਜਾਣਗੇ, ਬੜੇ ਪਿਆਰੇ ਇਹਨਾਂ ਨੂੰ। ਸਭ ਮਾੜੇ ਲੱਗਦੇ ਨੇ, ਬਹੁਤ ਮਾੜੀਆਂ ਜੁਨੀਆਂ ਨੇ। ਪਰ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ, ਪਰ ਤੂੰ ਇਹਨਾਂ ਨੂੰ ਨੀਚ ਸਮਝਦਾ, ਤੂੰ ਇਹਨਾਂ ਨੂੰ ਮਾੜੀਆਂ ਜੁਨੀਆਂ ਸਮਝਦਾ। ਚੀਤੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ। ਉਹ ਵਾਹਿਗੁਰੂ ਤਾਂ ਜਿੰਨਾ ਤੇਰੇ ਵਿੱਚ ਬੈਠਾ, ਗਧੇ ਵਿੱਚ ਵੀ ਉਨਾ ਹੀ ਬੈਠਾ ਹੈ। ਅੱਜ ਖੇ ਆਖੋ ਸਤਨਾਮ। ਉਹ ਤਾਂ ਕੀੜੀ ਤੇ ਹਾਥੀ ਤੱਕ ਲੈ ਕੇ ਇੱਕ ਸਮਾਨ ਬੈਠਾ। ਸਭ ਮੈਂ ਜੋਤ, ਜੋਤ ਹੈ ਸੋਏ। ਕਿਤੇ ਗਧੇ ਵਿੱਚ ਕਿਸੇ ਹੋਰ ਚੀਜ਼ ਦੀ ਜੋਤ ਹੈ, ਸੂਰ ਵਿੱਚ ਕਿਸੇ ਹੋਰ ਚੀਜ਼ ਦੀ ਜੋਤ ਹੈ। ਜੋ ਤੇਰੇ ਵਿੱਚ ਹੈ ਇੱਥੇ ਪਤਾ ਲੱਗਦਾ ਮਾਸ ਖਾਣ ਦਾ ਤੇ ਨਾ ਖਾਣ। ਜੇ ਤੂੰ ਇਸ ਅਵਸਥਾ ਵਿੱਚ ਆ ਜਾਵੇਂ ਕਿ ਜਿਹੜੀ ਜੋਤ ਮੇਰੇ ਵਿੱਚ ਹੈ, ਜਿਹੜਾ ਜੀਵਨ ਮੈਂ ਜਿਉਣਾ ਚਾਹੁੰਦਾ, ਉਹ ਕੁੱਤਾ ਵੀ ਚਾਹੁੰਦਾ, ਉਹ ਸੂਰ ਵੀ ਚਾਹੁੰਦਾ, ਉਹ ਮੱਛੀ ਵੀ ਚਾਹੁੰਦੀ ਹੈ, ਫੇਰ ਤੂੰ ਵਾਰ ਨਾ ਕਰ ਸਕੇ। ਤੂੰ ਉਹਨਾਂ ਨੂੰ ਬਹੁਤ ਛੋਟੇ ਸਮਝਦਾ, ਐਵੇਂ ਸਮਝਦਾ ਵਾਹਿਗੁਰੂ ਦੇ ਪੈਦਾ ਕੀਤੇ ਹੋਏ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਇੱਕ ਜੀ ਜੋਤ ਵਾਪ ਰਹੀ ਹੈ। ਨਾ ਘਾਟ ਹੈ ਨਾ ਬਾੜ ਹੈ। ਹਾਥੀ ਵਿੱਚ ਜ਼ਿਆਦਾ ਜੋਤ ਨਹੀਂ ਤੇ ਕੀੜੀ ਵਿੱਚ ਥੋੜੀ ਨਹੀਂ ਹੈ, ਇੱਕੋ ਜੋਤ। ਸ੍ਰੀ ਗੁਰੂ ਅੰਗਦ ਦੇਵ ਜੀ ਬਾਬਤ ਹੁਣ ਕੱਲ ਭੱਟ ਕਹਿ ਰਹੇ ਨੇ, ਤੁਸੀਂ ਬੁਰਾਈ ਕਰਨ ਵਾਲਿਆਂ ਨਾਲ ਨੇਕੀ ਕਿਉਂ ਕਰ ਰਹੇ ਹੋ? ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤੇ ਉਹਨਾਂ ਤੇ ਵੀ ਪਰਉਪਕਾਰ ਕਰ ਰਹੇ ਹੋ। ਤੁਸੀਂ ਇਹ ਸਮਝ ਲਿਆ, ਤੁਸੀਂ ਇਸ ਗਿਆਨ ਤੇ ਪੁੱਜ ਗਏ ਹੋ। ਜਿਹੜੇ ਮੇਰੇ ਨਾਲ ਬੁਰਾ ਕਰਦੇ ਨੇ ਉਹਨਾਂ ਵਿੱਚ ਵੀ ਵਾਹਿਗੁਰੂ ਬੈਠਾ ਹੈ। ਅੱਜ ਖੇ ਆਖੋ ਸਤਿ। ਉਹਨਾਂ ਵਿੱਚ ਵੀ ਪਰਮੇਸ਼ਰ ਵਸ ਰਿਹਾ। ਲੱਖ ਵਡਾਣੀ ਜਿਹੜਾ ਮੇਰੇ ਵਿੱਚ ਹੈ ਉਹੀ ਉਹਨਾਂ ਵਿੱਚ ਹੈ। ਜੇ ਇਹ ਗਿਆਨ ਸਾਨੂੰ ਆ ਜਾਵੇ, ਨਾ ਅਸੀਂ ਦੁਖੀ ਕਰੀਏ, ਨਾ ਕਿਸੇ ਨੂੰ ਮਾੜਾ ਬਚਨ ਬੋਲੀਏ। ਜਦ ਅਸੀਂ ਕਿਸੇ ਨੂੰ ਮਾੜਾ ਬਚਨ ਬੋਲਦੇ ਇੱਕ ਗੱਲ ਧਿਆਨ ਵਿੱਚ ਲੈ ਲਿਆ ਕਰੋ, ਜੇ ਕੋਈ ਮੈਨੂੰ ਮਾੜਾ ਬਚਨ ਬੋਲੇ ਮੈਂ ਕਿੰਨਾ ਦੁਖੀ ਹੋਵਾਂਗਾ। ਬਸ ਇੰਨੀਓ ਗੱਲ ਹੀ ਤਤ ਗੱਲ ਹੈ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਜਾਣੀ। ਜੇ ਕੋਈ ਮੈਨੂੰ ਨੁਕਸਾਨ ਪਹੁੰਚਾਵੇ ਤੇ ਮੈਂ ਕਿੰਨਾ ਦੁਖੀ ਹੋਵਾਂਗਾ। ਤੇ ਜੋ ਮੇਰੇ ਵਿੱਚ ਹੈ, ਜੋ ਮੇਰੀਆਂ ਇੱਛਾਵਾਂ ਨੇ, ਉਹ ਗੁਆਂਢੀ ਦੀਆਂ ਵੀ ਹੈਗੀਆਂ, ਉਹ ਦੂਜੇ ਦੀ ਵੀ ਹੈਗੀਆਂ। ਪਰ ਅਸੀਂ ਇਹ ਗੱਲ ਜਾਣੀ ਨਹੀਂ ਕਿ ਮੈਂ ਇੱਥੇ ਬਸ, ਉਹ ਤਾਂ ਹੈ ਹੀ ਕੁਝ ਨਹੀਂ। ਜੇ ਇਹ ਗੱਤ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਪਛਾਣੀ, ਇਹ ਗੱਤ ਜਾਣ ਲਈ ਕਿ ਜਿਹੜੇ ਮੈਨੂੰ ਬੁਰਾ ਕਹਿੰਦੇ ਨੇ, ਮਾੜਾ ਕਹਿੰਦੇ ਨੇ, ਵੱਟੇ ਮਾਰਦੇ ਨੇ, ਉਹਨਾਂ ਵਿੱਚ ਵੀ ਵਾਹਿਗੁਰੂ ਅਲੱਖ ਵਡਾਣੀ ਬੈਠਾ। ਤੇ ਮੈਂ ਕੌਣ? ਉਹਨਾਂ ਨੂੰ ਅਕਲ ਦੇਣ ਵਾਲਾ। ਵਿੱਚ ਮੈਨੂੰ ਅਕਲ ਦੇਣ ਵਾਲਾ ਉਹਨਾਂ ਵਿੱਚ ਵੀ ਬੈਠਾ। ਜੇ ਹਟਾਉਣਾ ਹੋਵੇ ਉਹੀ ਹਟਾ ਦੇਵੇ। ਅਜਖੇ ਆਖੋ ਸਤਨਾਮ। ਮੈਂ ਕਿੱਥੇ ਅਕਲ ਦਵਾਂ ਉਹਨਾਂ ਨੂੰ? ਉਹ ਤਾਂ ਵਿੱਚ ਬੈਠਾ ਅਲੱਖ ਵਡਾਣੀ। ਇਹ ਹੈ ਤਤ ਜਾਣਿਓ। ਕੱਲ ਭੱਟ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਜੀ, ਤੁਸੀਂ ਇਸ ਤਤ ਗਿਆਨ ਨੂੰ ਜਾਣ ਲਿਆ ਕਿ ਜੋ ਮੇਰੇ ਵਿੱਚ ਵਾਹਿਗੁਰੂ ਹੈ, ਗੁਆਂਢੀ ਵਿੱਚ ਵੀ ਉਹੀ ਹੈ। ਜੋ ਮੇਰੀ ਉਸਤਤ ਕਰਦੇ ਨੇ ਉਹਦੇ ਵਿੱਚ ਵੀ ਉਹੀ ਵਾਹਿਗੁਰੂ ਹੈ, ਜੋ ਮੇਰੀ ਨਿੰਦਿਆ ਕਰਦੇ ਆ ਉਹਨਾਂ ਵਿੱਚ ਵੀ ਉਹੀ ਵਾਹਿਗੁਰੂ। जिस करके वाणी ने कहता सब को मीत हम आपन कीना, हम सब ना के साजन, दूर पर आयो मन का बिरखा, तब मेल कियो मेरे राजन। हे गुरु अंगद देव पातशाह, यह तत जानियो। तुसी ये ज्ञान प्राप्त कर लिया गुरु नानक पातशाह जी नू के इको जोत है। कुम्हार है एक जो माटी गूंदी, बहुत बानी लाई, एक समय मोती मुक्ताहल काहू ब्याद लगाई। देखो कुम्हार अपने मिट्टी दे भांडे बनाने ना, इको मिट्टी, इको खेत दी, इको खूह दा पानी, इको चक, इको घुमियार बनाने वाला। दो चाटियां बना लिया उन्हें, चाटियां बना लिया, रख के रेहड़ी पर पिंडा च देन नहीं जाता। अपनी भैणा बीबा घुमारी तो घड़े लने, चाटियां लंदियां ने।
ਇੱਕ ਸਮੇਂ 2 ਚਾਟੀਆਂ ਇੱਕ ਭੈਣ ਨੇ ਖਰੀਦ ਲੀਆਂ ਘੁਮਿਆਰ ਵੀਰ ਤੋਂ, 2-2 ਰੁਪਏ ਦੋਹਾਂ ਦੀ ਕੀਮਤ ਦੇਤੀ। ਪਰ ਵੇਖੋ ਫਰਕ ਕੀ ਪਿਆ। ਇੱਕ ਚਾਟੀ ਤਾਂ ਸਾਡੀ ਮਾਂ ਨੇ ਲਾ ਲਈ ਦੁੱਧ ਪਾਉਣ ਨੂੰ, ਇੱਕ ਡੰਗਰ ਵਾਲੇ ਰੱਖਤੀ ਮਲ ਮੂਤਰ ਪਾਉਣ ਨੂੰ। ਅੱਜ ਕਹੇ ਆਖੋ ਸਤਨਾਮ, ਫਰਕ ਦੇਖ ਲੋ ਕੀ ਪਿਆ। ਫਿਰ ਇੱਕ ਸਮੇਂ ਮੋਤੀ ਮੁਕਤਾਨ। ਅੱਗੇ ਪੁਰਾਣੇ ਜ਼ਮਾਨੇ ਵਿੱਚ ਮਾਵਾਂ ਸਾਡੀਆਂ ਬਜ਼ੁਰਗ ਉਹ ਵੀ ਮਾਇਆ ਕੁੱਜੀਆਂ ਤੇ ਰੱਖਦੀਆਂ ਹੁੰਦੀਆਂ ਸੀ ਕੋਠੀਆਂ 'ਚ। ਇੱਕ 'ਚ ਤਾਂ ਸਿਉਣਾ ਚਾਂਦੀ ਪਾ ਕੇ ਰੱਖਤਾ ਤੇ ਇੱਕ 'ਚ ਗੰਦ ਪੈਣਾ ਸ਼ੁਰੂ ਹੋ ਗਿਆ। ਹੁਣ ਉੱਥੇ ਆਪਾਂ ਨੇ ਕੀ ਵੇਖਣਾ ਕਿ ਦੋਵੇਂ ਬਣਾਈਆਂ ਇੱਕ ਨਹੀਂ ਨੇ। ਅੱਜ ਕਹੇ ਆਖੋ ਸਤਨਾਮ, ਬਣਾਉਣ ਵਾਲਾ ਕਰਤਾ ਇੱਕ ਹੈ। ਇੱਕ ਸਮੇਂ ਮੋਤੀ ਮੁਕਤਾ। ਇਹੀ ਸਾਡੀਆਂ ਚਾਟੀਆਂ ਨੇ, ਸਾਡੇ ਸਰੀਰ। ਬਣਾਉਣ ਵਾਲਾ ਇੱਕ ਹੈ ਵਾਹਿਗੁਰੂ, ਇੱਕੋ ਬੈਠਾ ਦੋਹਾਂ ਵਿੱਚ। ਇੱਕ ਗੁਰਮੁਖ ਬਣਾ ਤੇ ਇੱਕ ਮਨਮੁਖ ਬਣਾ ਦਿੱਤੇ। ਇੱਕ ਨਾ ਦੇ ਅੰਦਰ ਮੋਤੀ ਮਤ ਉੱਚੀ ਵਰਤ ਦਿੱਤੀ, ਇੱਕ ਨਾ ਦੇ ਵਿੱਚ ਵਿਸ਼ੇ ਵਿਕਾਰੇ। ਪਰ ਬ੍ਰਹਮ ਗਿਆਨ ਕੀ ਹੈ ਜੋ ਗੁਰੂ ਅੰਗਦ ਦੇਵ ਜੀ ਨੇ, ਤੂੰ ਬਣੀ ਹੋਈ ਚੀਜ਼ ਨੂੰ ਨਹੀਂ ਵੇਖਣਾ, ਤੂੰ ਵੇਖਣਾ ਨਾ ਦੋਹਾਂ ਦੇ ਬਣਾਉਣ ਵਾਲਾ ਇੱਕ ਹੈ। ਜੋ ਮੇਰੇ ਵਿੱਚ ਬੈਠਾ ਉਹ ਵੀ ਇਹਦੇ ਵਿੱਚ ਹੈ। ਉੱਥੇ ਫਿਰ ਪਤਾ ਲੱਗਦਾ ਕਿ ਏਕ ਜੋਤ ਤੇ ਸਭ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇੱਥੋਂ ਹੀ ਕੱਲ ਨੂੰ ਵਿਚਾਰ ਆਰੰਭ ਕਰਾਂਗੇ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹ ਸਵਈਏ ਥੋੜੇ ਜਿਹੇ ਕਠਿਨ ਨੇ ਭਾਈ, ਇੱਕ ਇੱਕ ਸ਼ਬਦ ਦੀ ਵਿਚਾਰ ਲੈਣੀ ਪੈਂਦੀ ਹੈ। ਤੁਹਾਡਾ ਬਹੁਤ ਧੰਨਵਾਦ ਹੈ। ਕਠਿਨ ਬਾਣੀ, ਕਠਿਨ ਵਿਚਾਰ ਬਹੁਤ ਸ਼ਰਧਾ ਪ੍ਰੇਮ ਦੇ ਨਾਲ ਤੁਸੀਂ ਸਰਵਣ ਕਰਦੇ ਹੋ। ਇਸੇ ਤਰ੍ਹਾਂ ਮਹਾਰਾਜ ਸਾਨੂੰ ਕਥਾ ਕਰਨ ਦਾ ਬਲ ਬਖਸ਼ਦੇ ਰਹਿਣ, ਤੁਹਾਨੂੰ ਸੁਣਨ ਦਾ ਬਲ ਬਖਸ਼ਦੇ ਰਹਿਣ। ਅਸੀਂ ਬਾਣੀ ਤੇ ਬਾਣੀ ਨਾਲ ਜੁੜ ਕੇ ਸਤਿਗੁਰਾਂ ਦੇ ਉਪਦੇਸ਼ ਧਾਰਨ ਕਰਕੇ ਇਹ ਜਨਮ ਸਫਲਾ ਕਰ